ਮਹਾਰਾਜ ਸਾਹਿਬ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ 'ਚ ਬੈਠੇ ਹਨ। ਬਾਦਸ਼ਾਹ ਨੇ ਸਤਿਗੁਰੂ ਪਾਤਸ਼ਾਹ ਜੀ ਦੀ ਸ਼ਰਤ ਸੁਣੀ ਹੈ। ਮਹਾਰਾਜ ਨੇ ਕਿਹਾ ਅਸੀਂ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਤਾਂ ਆਵਾਂਗੇ ਜੇ ਇਹਨਾਂ 52 ਰਾਜਿਆਂ ਨੂੰ ਵੀ ਸਾਡੇ ਨਾਲ ਹੀ ਬਾਹਰ ਭੇਜਿਆ ਜਾਵੇ। ਭਾਈ ਵਜ਼ੀਰ ਖਾਨ ਜੀ ਗੁਰੂ ਸਾਹਿਬ ਦਾ ਇਹ ਸੰਦੇਸ਼ਾ ਲੈ ਕੇ ਦਿੱਲੀ ਪਹੁੰਚੇ ਹਨ। ਬਾਦਸ਼ਾਹ ਨਾਲ ਗੱਲਬਾਤ ਕੀਤੀ ਹੈ। ਬਾਦਸ਼ਾਹ ਸੋਚਾਂ 'ਚ ਪੈ ਗਿਆ। ਕਹਿਣ ਲੱਗਾ ਇੰਨਾ ਤਰੱਦਦ ਕਰਕੇ, ਇੰਨੇ ਸੰਘਰਸ਼ ਕਰਕੇ, ਲੜਾਈਆਂ ਲੜ ਕੇ, ਮੁਹਿੰਮਾਂ ਕਰਕੇ ਜਿਨ੍ਹਾਂ ਬੰਦਿਆਂ ਨੂੰ, ਰਾਜਿਆਂ ਨੂੰ, ਬਾਗੀਆਂ ਨੂੰ ਕੈਦ ਕੀਤਾ ਹੈ, ਉਹਨਾਂ ਨੂੰ ਛੱਡ ਦੇਣਾ, ਰਿਹਾ ਕਰ ਦੇਣਾ ਠੀਕ ਨਹੀਂ ਜਾਪਦਾ। ਸੋ ਬਾਦਸ਼ਾਹ ਕੀ ਸੋਚ ਰਿਹਾ ਹੈ ਅਤੇ ਹੁਣ ਇਸ ਮਸਲੇ ਦਾ ਕੀ ਹੱਲ ਕਰੇਗਾ, ਕਿਉਂਕਿ ਬਾਦਸ਼ਾਹ ਨੂੰ ਆਪਣੀ ਜਾਨ ਦਾ ਵੀ ਫਿਕਰ ਹੈ। ਬਹੁਤ ਡਰਿਆ ਹੋਇਆ, ਭੈਭੀਤ ਹੋਇਆ ਗੁਰੂ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਕੱਢਣਾ ਚਾਹੁੰਦਾ ਹੈ। ਪਰ ਜਿਹੜੀ ਗੁਰੂ ਸਾਹਿਬ ਨੇ ਸ਼ਰਤ ਲਾਈ ਹੈ ਉਸ ਸ਼ਰਤ ਦੇ ਉੱਤੇ ਵੀ ਬੜਾ ਚਿੰਤਤ ਹੈ। ਸੋ ਆਓ ਇਹ ਕਥਾ ਸਰਵਣ ਕਰੀਏ ਪ੍ਰੇਮ ਨਾਲ। ਬੰਦੀ ਛੋੜ ਦਾਤਾ ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਦੇ ਚਰਨਾਂ 'ਚ ਸੁਰਤੀ ਜੋੜ ਕੇ ਇਕਾਗਰ ਚਿੱਤ ਹੋ ਕੇ ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਹਿਰਦੇ ਵਿਚਾਰਤ ਸੁਮਤ ਤੇ। ਬਾਦਸ਼ਾਹ ਆਪਣੇ ਮਨ ਵਿੱਚ ਸੋਚਦਾ ਹੈ, ਵਿਚਾਰ ਕਰਦਾ ਹੈ। ਜਹਾਂਗੀਰ ਪਤ ਸਾਹੋ। ਹਿੰਦੁਸਤਾਨ ਦਾ ਬਾਦਸ਼ਾਹ ਜਹਾਂਗੀਰ ਸੋਚਾਂ 'ਚ ਪਿਆ ਹੋਇਆ ਹੈ। ਲੈ ਨਿਕਸਹਿ ਗੁਰ ਨਿਰਪ ਕਿਤਕ। ਕਿ ਗੁਰੂ ਸਾਹਿਬ ਜੀ ਗਵਾਲੀਅਰ ਦੇ ਕਿਲ੍ਹੇ ਤੋਂ ਬਾਹਰ ਨਿਕਲਣਗੇ, 52 ਰਾਜਿਆਂ ਨੂੰ ਨਾਲ ਲੈ ਕੇ ਨਿਕਲਣਗੇ। ਮੇਰੇ ਵਾਸਤੇ ਬੜੇ ਘਾਟੇ ਵਾਲੀ ਗੱਲ ਹੈ। ਕੋਈ ਇਹੋ ਜਿਹਾ ਹੱਲ ਕਰੀਏ ਕਿ ਗੁਰੂ ਸਾਹਿਬ ਥੋੜ੍ਹੇ ਜਿਹੇ ਰਾਜਿਆਂ ਨੂੰ ਬਾਹਰ ਲੈ ਆਉਣ, ਬਾਕੀ ਅੰਦਰ ਰਹਿ ਜਾਣ। ਰਹਿ ਅਪਰ ਗੜ ਮਾਹੋ। 2 4 10 ਰਾਜੇ ਬਾਹਰ ਆ ਜਾਣ, ਬਾਕੀ ਸਾਰੇ ਗਵਾਲੀਅਰ ਦੇ ਕਿਲ੍ਹੇ ਦੇ ਅੰਦਰ ਹੀ ਰਹਿ ਜਾਣ। ਚਉਪਈ ਚਿਤਵਤ ਜਤਨ ਸਾਹੋ ਮਨ ਮਾਹੂ। ਸੋ ਬਾਦਸ਼ਾਹ ਰਾਜਨੀਤੀ ਦੇ ਹਿਸਾਬ ਨਾਲ ਕਈ ਗੱਲਾਂ ਸੋਚਦਾ ਹੈ। ਹੋਏ ਆਗਵਨ ਗੁਰੂ ਮਮ ਪਾਹੂ। ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮੇਰੇ ਕੋਲ ਦਿੱਲੀ ਆ ਜਾਣ ਗਵਾਲੀਅਰ ਤੋਂ, ਇਹ ਵੀ ਜ਼ਰੂਰੀ ਹੈ। ਦਰਸੋਂ ਤਰਾਸ ਨੇ ਸੰਸੈ ਨਿਰਨਾਸੋ। ਮਹਾਰਾਜ ਦੇ ਦਰਸ਼ਨ ਕਰਾਂ, ਮਹਾਰਾਜ ਦੇ ਦਰਸ਼ਨ ਕਰਕੇ ਮੇਰਾ ਜਿਹੜਾ ਡਰ ਹੈ, ਮੇਰੀ ਜਿਹੜੀ ਘਬਰਾਹਟ ਹੈ ਉਹ ਦੂਰ ਹੋਵੇਗੀ। ਗੁਰੂ ਸਾਹਿਬ ਦੀ ਸੰਗਤ ਕਰਕੇ ਮੇਰਾ ਮਨ ਸ਼ਾਂਤ ਹੋਵੇਗਾ। ਇਸ ਕਰਕੇ ਗਵਾਲੀਅਰ ਦੇ ਕਿਲ੍ਹੇ ਤੋਂ ਗੁਰੂ ਸਾਹਿਬ ਦਾ ਆਉਣਾ ਬਹੁਤ ਜ਼ਰੂਰੀ ਹੈ। ਹਾਂਜੀ, ਨਿਸਾ ਬਿਖੈ ਸੁਖ ਪਾਏ ਹੁਲਾਸੋਂ। ਜਿਹੜੇ ਰਾਤ ਨੂੰ ਬੱਬਰ ਸ਼ੇਰ ਆ ਕੇ ਮੇਰੀ ਛਾਤੀ ਤੇ ਚੜ੍ਹਦੇ, ਮੈਨੂੰ ਡਰਾਉਂਦੇ ਹਨ, ਪਰੇਸ਼ਾਨ ਕਰਦੇ ਹਨ, ਉਹ ਪਰੇਸ਼ਾਨੀ ਮੇਰੀ ਦੂਰ ਹੋਵੇਗੀ ਜੇ ਛੇਵੇਂ ਪਾਤਸ਼ਾਹ ਇੱਥੇ ਦਿੱਲੀ ਆਉਣਗੇ। ਕਿਤਕ ਕਾਲ ਮਹਿ ਜੁਗਤ ਬਖਾਨੀ। ਕੁਝ ਸਮਾਂ ਸੋਚ ਕੇ ਜਹਾਂਗੀਰ ਨੇ ਇੱਕ ਤਰੀਕਾ ਸੋਚਿਆ ਤੇ ਵਜ਼ੀਰ ਖਾਨ ਨੂੰ ਦੱਸਿਆ। ਸੁਨੋ ਵਜ਼ੀਰ ਖਾਨ ਹਿਤ ਠਾਨੀ। ਸੋਚ ਕੇ ਬਾਦਸ਼ਾਹ ਕਹਿੰਦਾ ਵਜ਼ੀਰ ਖਾਨ ਸੁਣੋ, ਇਸ ਤਰ੍ਹਾਂ ਕਰੋ ਬੰਦਗੀ ਗੁਰੂ ਅਗਾਰੀ। ਜਾਓ ਵਾਪਸ ਗਵਾਲੀਅਰ, ਮੇਰੇ ਵੱਲੋਂ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਸਲਾਮ ਕਰੋ, ਬੰਦਗੀ ਕਰੋ, ਮੱਥਾ ਟੇਕੋ, ਦੇਹੋ ਦਰਸ਼ਨ ਕੋ ਕਰਨਾ ਧਾਰੀ। ਤੇ ਬੇਨਤੀ ਕਰੋ ਵੀ ਗੁਰੂ ਸਾਹਿਬ ਜੀ ਕਿਰਪਾ ਕਰਕੇ ਗਵਾਲੀਅਰ ਦਾ ਕਿਲ੍ਹਾ ਛੱਡ ਕੇ ਦਿੱਲੀ ਆ ਜਾਓ ਤੇ ਮਿਹਰਬਾਨੀ ਕਰਕੇ ਮੈਨੂੰ ਆਪਣੇ ਮੁਕੱਦਸ ਦਰਸ਼ਨ ਬਖਸ਼ੋ। ਜੇ ਤੱਕ ਤੁਮਰੇ ਦਾਮਨ ਸਾਥ। ਮਹਾਰਾਜ ਜੀ, ਜਿੰਨੇ ਕੁ ਰਾਜੇ ਤੁਹਾਡਾ ਪੱਲਾ ਫੜ ਕੇ ਕਿਲ੍ਹੇ ਤੋਂ ਬਾਹਰ ਆ ਸਕਦੇ ਨੇ, ਓਨੇ ਕੁ ਰਾਜੇ ਤੁਸੀਂ ਬਾਹਰ ਲੈ ਆਓ। ਗਹਿਨ ਕਰਹਿ ਆਨੋ ਨਰਨਾਥ। ਇਹ ਸੱਚੇ ਪਾਤਸ਼ਾਹ ਜਿਹੜੇ ਰਾਜੇ ਤੁਹਾਡਾ ਪੱਲਾ ਫੜ ਲੈਣ, ਓਨੇ ਕੁ ਲੈ ਆਓ, ਜਿਹੜੇ ਪੱਲਾ ਨਹੀਂ ਫੜਦੇ ਰਹਿਣ ਦਿਓ। ਹਾਂਜੀ, ਤਿਨ ਪਰ ਸਫਲ ਹੈ ਕਿਰਪਾ ਤੁਮਾਰੀ। ਜਿਹੜੇ ਤੁਹਾਡਾ ਪੱਲਾ ਫੜ ਲੈਣਗੇ ਉਹਨਾਂ ਉੱਤੇ ਤੁਹਾਡੀ ਕਿਰਪਾ ਸਫਲ ਹੋ ਜਾਏਗੀ, ਭਾਵ ਤੁਸੀਂ ਉਹਨਾਂ ਨੂੰ ਛੁਡਾ ਸਕਦੇ ਹੋ, ਲਿਆ ਸਕਦੇ ਹੋ। ਹਾਂਜੀ, ਪ੍ਰਾਨ ਦਾਨ ਦੀਨਸ ਉਪਕਾਰੀ। ਤੁਸੀਂ ਉਹਨਾਂ ਨੂੰ ਨਵਾਂ ਜੀਵਨ ਦੇਣਾ ਚਾਹੁੰਦੇ ਹੋ,
ਪ੍ਰਾਣ ਦਾਨ ਦੇਣਾ ਚਾਹੁੰਦੇ ਹੋ, ਉਹਨਾਂ ਨੂੰ ਖੁਸ਼ਹਾਲੀ ਦੀ ਜ਼ਿੰਦਗੀ ਦੇਣਾ ਚਾਹੁੰਦੇ ਹੋ, ਦਿਓ। ਪਰ ਉਹਨਾਂ ਨੂੰ ਦਿਓ ਜਿਹੜੇ ਤੁਹਾਡੇ ਲੜ ਲੱਗ ਕੇ ਤੁਹਾਡਾ ਪੱਲਾ ਫੜ ਕੇ ਬਾਹਰ ਆਉਂਦੇ ਨੇ। ਜਿਹੜੇ ਕਹਿੰਦੇ ਅਸੀਂ ਪੱਲਾ ਨਹੀਂ ਫੜਨਾ, ਰਹਿਣ ਦਿਓ ਉਹਨਾਂ ਨੂੰ। ਅਸਲ 'ਚ ਬਾਦਸ਼ਾਹ ਰਾਜਨੀਤੀ ਕਰ ਰਿਹਾ, ਇੱਕ ਤਾਂ ਵੀ ਚੋਲੇ ਦੇ ਪੱਲੇ 5-7 ਹੋਣਗੇ ਅਤੇ 5-7 ਰਾਜੇ ਬਾਹਰ ਆ ਸਕਣਗੇ। ਦੂਸਰੀ ਗੱਲ ਹੈ ਵੀ ਰਾਜਪੂਤ ਰਾਜੇ ਜ਼ਿਆਦਾ ਬਹੁਤੇ ਆਪਣੇ ਆਪ 'ਚ ਹੰਕਾਰੀ ਹੁੰਦੇ ਹੈ। ਉਹ ਕਹਿੰਦੇ ਅਸੀਂ ਕਿਸੇ ਦਾ ਪੱਲਾ ਫੜਨਾ ਨਹੀਂ, ਉਹ ਪੱਲਾ ਫੜਨ ਤੋਂ ਨਾਂਹ ਕਰ ਦੇਣਗੇ ਅਤੇ ਫਿਰ ਵੀ ਗੁਰੂ ਸਾਹਿਬ ਉਹਨਾਂ ਨੂੰ ਛੱਡ ਆਉਣਗੇ। ਇਸ ਤਰ੍ਹਾਂ ਦੀ ਰਾਜਨੀਤੀ ਦੇ ਹਿਸਾਬ ਨਾਲ ਉਹਨੇ ਇਹ ਮਸਲੇ ਦਾ ਹੱਲ ਕੱਢਿਆ ਹੈ। ਗੁਰ ਪ੍ਰਸੰਨ ਹੋਏ ਕਰ ਚਲ ਆਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਪ੍ਰਸੰਨ ਹੋ ਜਾਣ ਤੇ ਕਿਰਪਾ ਕਰਕੇ ਗਵਾਲੀਅਰ ਆ ਜਾਣ। ਕਹੋ ਤਥਾ ਸੁਭ ਮਤ ਉਪਜਾਏ। ਕਹਿੰਦੇ ਗੁਰੂ ਸਾਹਿਬ ਨੂੰ ਇਹ ਬੇਨਤੀ ਮੇਰੇ ਵੱਲੋਂ ਕਰੋ ਕਿ ਗੁਰੂ ਸਾਹਿਬ ਕਿਰਪਾ ਕਰਕੇ ਗਵਾਲੀਅਰ ਤੋਂ ਦਿੱਲੀ ਤਸ਼ਰੀਫ ਲੈ ਆਉਣ। ਪਹੁੰਚ ਹੋ ਜਾਏ ਨਹੀਂ ਬਿਦਤਾਬ ਹੋ। ਹਾਂ, ਗੁਰੂ ਸਾਹਿਬ ਜੀ ਨੂੰ ਜਾ ਕੇ ਬੇਨਤੀ ਕਰੋ ਕਿ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਰਾਜਿਆਂ ਨੂੰ ਲੈ ਕੇ ਜਿੰਨੇ ਕੁ ਉਹਨਾਂ ਦਾ ਪੱਲਾ ਫੜਦੇ ਨੇ ਆ ਜਾਣ, ਅਤੇ ਬਹੁਤਾ ਖਹਿੜਾ ਨਾ ਕਰਨ ਕਿਸੇ ਦਾ। ਜਿਹੜੇ ਪੱਲਾ ਨਹੀਂ ਫੜਦੇ ਉਹਨਾਂ ਨੂੰ ਰਹਿਣ ਦੇਣ। ਕੁਛ ਨਿਰਪ ਸੰਗ ਗੁਰੂ ਨਿਕਸਾਵ ਹੋ। ਕੁਝ ਰਾਜਿਆਂ ਨੂੰ ਲੈ ਕੇ ਗੁਰੂ ਸਾਹਿਬ ਜੀ ਬਾਹਰ ਨਿਕਲ ਆਉਣ। ਤੁਰਤ ਚੜਾਏ ਇਹਾਂ ਲੈ ਆਵ ਹੋ। ਤੁਰਤ ਹੀ ਉਹਨਾਂ ਨੂੰ ਚੜਾ ਕੇ ਗੁਰੂ ਸਾਹਿਬ ਜੀ ਲੈ ਆਉਣ ਨਾਲ। ਸਨਮਾਨਤ ਆਨੰਦ ਉਪਜਾਵ ਹੋ। ਜਾਓ ਵਜ਼ੀਰ ਖਾਨ, ਗੁਰੂ ਸਾਹਿਬ ਦਾ ਸਨਮਾਨ ਸਤਿਕਾਰ ਕਰਦੇ ਹੋਏ ਗੁਰੂ ਸਾਹਿਬ ਨੂੰ ਬੜੇ ਇੱਜ਼ਤ ਸਨਮਾਨ ਦੇ ਨਾਲ ਲੈ ਕੇ ਆਓ। ਸੁਨ ਵਜ਼ੀਰ ਖਾਂ ਕਰੀ ਸਲਾਮ। ਇਹ ਸੁਣ ਕੇ ਭਾਈ ਵਜ਼ੀਰ ਖਾਂ ਨੇ ਬਾਦਸ਼ਾਹ ਨੂੰ ਸਲਾਮ ਕੀਤੀ ਹੈ। ਹਾਂਜੀ, ਚੜ੍ਹ ਕਰ ਚੱਲਿਓ ਤੁਰੰਗ ਅਭਿਰਾਮ। ਤੇ ਵਜ਼ੀਰ ਖਾਨ ਦਿੱਲੀ ਤੋਂ ਘੋੜੇ ਤੇ ਸਵਾਰ ਹੋਇਆ ਤੇ ਗਵਾਲੀਅਰ ਨੂੰ ਚੱਲ ਪਿਆ ਹੈ। ਤੂਰਨ ਗਮਨਿਓ ਪਹੁੰਚਿਓ ਜਾਈ। ਦੂਜੀ ਵਾਰ ਫਿਰ ਗਵਾਲੀਅਰ ਜਾ ਪਹੁੰਚਿਆ। ਪਹਿਲਾਂ ਵੀ ਗਿਆ ਸੀ ਜਦੋਂ ਮਹਾਰਾਜ ਨੇ ਆਪਣੀ ਸ਼ਰਤ ਸੁਣਾਈ ਸੀ। ਹੁਣ ਇਹ ਸ਼ਰਤ ਵੱਲੋਂ ਬਾਦਸ਼ਾਹ ਨੇ ਮਨਜ਼ੂਰੀ ਦੇ ਦਿੱਤੀ ਹੈ ਬਈ ਗੁਰੂ ਸਾਹਿਬ ਜਿੰਨੇ ਕੁ ਰਾਜੇ ਆਪਣੇ ਚੋਲੇ ਦੀਆਂ ਕਲੀਆਂ ਫੜਾ ਕੇ ਬਾਹਰ ਲਿਆਉਣਾ ਚਾਹੁਣ ਲੈ ਆਉਣ। ਅਤੇ ਇਸ ਤਰ੍ਹਾਂ ਇੱਕ ਲੈ ਕੇ ਆਰਡਰ ਬਾਦਸ਼ਾਹ ਵੱਲੋਂ ਗਵਾਲੀਅਰ ਪਹੁੰਚ ਗਿਆ ਹੈ। ਉਤਰਿਓ ਵਹਿਰ ਦੁਰਗ ਅਗਵਾਈ। ਭਾਈ ਵਜ਼ੀਰ ਖਾਂ ਜਾ ਕੇ ਗਵਾਲੀਅਰ ਦੇ ਦਰਵਾਜ਼ੇ ਤੇ ਘੋੜੇ ਤੋਂ ਉਤਰਿਆ ਹੈ। ਜਲ ਸੋਂ ਕਰ ਪਦ ਬਦਨ ਪਖਾਰੇ। ਔਰ ਜਲ ਦੇ ਨਾਲ 5 ਇਸ਼ਨਾਨਾ ਕੀਤਾ, ਹੱਥ ਪੈਰ ਧੋਏ ਹਨ। ਭਇਓ ਪੁਨੀਤ ਸੁਬਸਤਰ ਸੁਧਾਰੇ। ਔਰ ਕੱਪੜੇ ਬਦਲ ਕੇ ਤਿਆਰ ਬਰ ਤਿਆਰ ਹੋਇਆ ਹੈ। ਗਇਓ ਨਮਰ ਹੋਏ ਗੁਰ ਅਗਵਾਈ। ਜਾ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਅੱਗੇ ਨਿਮਰੀ ਭੂਤ ਹੋ ਕੇ ਮੱਥਾ ਟੇਕਿਆ ਨਿਮਰਤਾ ਦੇ ਨਾਲ। ਕਰ ਜੋਰਤ ਪਗ ਪਰਸੇ ਜਾਈ। ਔਰ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਨਮਸਕਾਰ ਕੀਤੀ ਹੈ। ਉਠੋ ਗਰੀਬ ਨਿਵਾਜ ਕਿਰਪਾਲਾ। ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀ ਉਠੋ, ਆਪ ਜੀ ਗਵਾਲੀਅਰ ਦੇ ਕਿਲੇ ਤੋਂ ਬਾਹਰ ਚੱਲੋ। ਬਾਦਸ਼ਾਹ ਨੇ ਆਪ ਜੀ ਨੂੰ ਗਵਾਲੀਅਰ ਦੇ ਕਿਲੇ ਤੋਂ ਬਾਹਰ ਆਉਣ ਦੇ ਲਈ ਬੇਨਤੀ ਕੀਤੀ ਹੈ। ਲੇਹੋ ਸੰਗ ਕੈਦੀ ਮਹਿਪਾਲਾ। ਔਰ ਜਿਹੜੇ ਰਾਜੇ ਆਪ ਜੀ ਨੇ ਛੁਡਾਣੇ ਹਨ ਉਹਨਾਂ ਨੂੰ ਵੀ ਨਾਲ ਲੈ ਲਵੋ। ਜੋ ਦਾਮਨ ਕਹਿ ਲੇਹ ਤੁਮਾਰੇ। ਬਾਦਸ਼ਾਹ ਸਲਾਮਤ ਨੇ ਕਿਹਾ ਹੈ ਵੀ ਜਿਹੜੇ ਰਾਜੇ ਤੁਹਾਡੇ ਚੋਲੇ ਦਾ ਪੱਲਾ ਫੜ ਕੇ ਬਾਹਰ ਆ ਸਕਦੇ ਨੇ ਆ ਜਾਣ। ਬੰਦ ਖਲਾਸੀ ਸੋ ਹੋਏ ਸਾਰੇ। ਉਹ ਜਿਹੜੇ ਤੁਹਾਡੇ ਚੋਲੇ ਦਾ ਪੱਲਾ ਫੜਨਗੇ, ਕਲੀਆਂ ਫੜਨਗੇ, ਉਹਨਾਂ ਦੀ ਬੰਦ ਖਲਾਸੀ ਹੋਵੇਗੀ। ਹੋਤੇ ਦੁਰਗ ਕੇ ਜੇ ਦਰਬਾਨ। ਜਿਹੜੇ ਉਸ ਕਿਲੇ ਦੇ ਦਰਬਾਨ ਸਨ, ਪਹਿਰੇਦਾਰ ਸਨ ਜਾਂ ਉੱਥੇ ਦੇ ਮੁਖੀ ਸਨ, ਦਰੋਗੇ, ਸਾਰਿਆਂ ਨੂੰ ਕਹਿ ਦਿੱਤਾ ਕਿ ਬਾਦਸ਼ਾਹ ਦਾ ਹੁਕਮ ਆਇਆ, ਗੁਰੂ ਮਹਾਰਾਜ ਜੀ ਨੂੰ ਅਸੀਂ ਲੈ ਚੱਲੇ ਹਾਂ। ਔਰ ਜਿਹੜੇ ਰਾਜੇ ਮਹਾਰਾਜ ਦਾ ਪੱਲਾ ਫੜ ਕੇ ਬਾਹਰ ਨਿਕਲਣਾ ਚਾਹੁੰਦੇ ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਹੈ। ਹੁਕਮ ਸਾਹੋ ਕੋ ਦਿਓ ਬਖਾਨ। ਬਾਦਸ਼ਾਹ ਦਾ ਲਿਖਤੀ ਹੁਕਮਨਾਮਾ ਭਾਈ ਵਜ਼ੀਰ ਖਾਨ ਨੇ ਦਰੋਗੇ ਨੂੰ ਦੇ ਦਿੱਤਾ ਹੈ। ਕੈਦੀ ਮਹਿਪਾਲਕ ਜੇ ਅਹਿ। ਜਿਹੜੇ 52 ਰਾਜੇ ਕੈਦੀ ਹਨ ਇਸ ਕੈਦਖਾਨੇ ਵਿੱਚ ਉਮਰ ਕੈਦ ਦੀ ਸਜ਼ਾ ਭੋਗ ਰਹੇ ਹਨ।
ਜੋ ਸਤਿਗੁਰ ਕੇ ਦਾਮਨ ਗਹਿ। ਉਹਨਾਂ ਵਿੱਚੋਂ ਜਿਹੜੇ ਜਿਹੜੇ ਰਾਜੇ ਗੁਰੂ ਹਰਗੋਬਿੰਦ ਸਾਹਿਬ ਦਾ ਪੱਲਾ ਫੜਨਗੇ ਉਹ ਬਾਹਰ ਆ ਸਕਦੇ ਹਨ। ਸੋ ਸਭ ਦੁਰਗ ਨਿਕਸ ਕਰ ਜਾਏ। ਉਹਨਾਂ ਦੇ ਵਾਸਤੇ ਬਾਦਸ਼ਾਹ ਦਾ ਹੁਕਮ ਹੈ ਵੀ ਉਹ ਕਿਲੇ ਤੋਂ ਬਾਹਰ ਨਿਕਲ ਕੇ ਆਪਣੀਆਂ ਰਿਆਸਤਾਂ ਨੂੰ ਚਲੇ ਜਾਣ। ਪਗ ਕੇ ਬੰਧਨ ਦੇਹੁ ਕਟਾਏ। ਉਹਨਾਂ ਦੀਆਂ ਬੇੜੀਆਂ ਕੱਟ ਦਿਓ, ਹੱਥ ਕੜੀਆਂ ਕੱਟ ਦਿਓ, ਉਹਨਾਂ ਨੂੰ ਆਜ਼ਾਦ ਕਰ ਦਿਓ, ਰਿਹਾ ਕਰ ਦਿਓ। ਸ੍ਰੀ ਗੁਰ ਹਰਗੋਬਿੰਦ ਗੁਸਾਈ। ਉਸ ਵੇਲੇ ਮਹਾਰਾਜ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ 6ਵੇਂ ਪਾਤਸ਼ਾਹ ਉੱਠੇ ਹਨ। ਲਖ ਕਰ ਤੁਰਕੇਸ਼ਵਰ ਚਤੁਰਾਈ। ਬਾਦਸ਼ਾਹ ਦੀ ਚਤੁਰਾਈ ਸਮਝ ਗਏ ਤੇ ਬਾਦਸ਼ਾਹ ਦੀ ਚਤੁਰਾਈ ਇਹ ਸੀ ਵੀ ਗੁਰੂ ਸਾਹਿਬ ਦੇ ਚੋਲੇ ਨਾਲ 5 10 15 ਵੱਧ ਤੋਂ ਵੱਧ ਕਲੀਆਂ ਹੁੰਦੀਆਂ ਇੰਨੇ ਕੁ ਰਾਜੇ ਬਾਹਰ ਨਿਕਲਣਗੇ। ਦੂਜੀ ਗੱਲ ਇਹ ਸੀ ਵੀ ਸਾਰੇ ਰਾਜੇ, ਰਾਜਪੂਤ ਰਾਜੇ, ਹੋਰ ਰਾਜੇ ਹੰਕਾਰੀ, ਉਹ ਕਹਿਣਗੇ ਅਸੀਂ ਪੱਲਾ ਨਹੀਂ ਫੜਨਾ। ਗੁਰੂ ਸਾਹਿਬ ਉਹਨਾਂ ਦੀ ਨੀਤੀ ਸਮਝ ਗਏ ਬਾਦਸ਼ਾਹ ਦੀ। ਹਾਂਜੀ, ਚੜਨ ਹੇਤ ਨਿਜ ਬਸਤਰ ਮੰਗਾਏ। ਮਹਾਰਾਜ ਨੇ ਆਪਣਾ ਚੋਲਾ ਹੀ ਬਹੁਤ ਵੱਡਾ ਪਹਿਨਿਆ ਕਰਦੇ ਸਨ, ਉਹ ਸਾਰੇ ਬਸਤਰ ਮੰਗਵਾ ਲਏ ਹਨ। ਹਾਂਜੀ, ਦੌਰਤ ਦਾਸ ਸਕਲ ਲੈ ਆਏ। ਭਾਈ ਬਿਧੀ ਚੰਦ, ਭਾਈ ਜੇਠਾ, ਪੁਰਾਣਾ ਦੌੜ ਕੇ ਮਹਾਰਾਜ ਦੇ ਬਸਤਰ ਲੈ ਆਏ ਨੇ। ਅਰਨ ਬਰਨ ਚੀਰਾ ਸਿਰ ਚਾਰੂ। ਬੜਾ ਸੋਹਣਾ ਚੀਰਾ, ਸੋਹਣੀ ਦਸਤਾਰ, ਸੁੰਦਰ ਲਾਲ ਰੰਗ ਦੀ, ਜਿਹਦੇ ਦੋਵਾਂ ਕਿਨਾਰਿਆਂ ਦੇ ਉੱਤੇ ਕਢਾਈ ਸੁਨਹਿਰੀ ਕੱਢੀ ਹੁੰਦੀ ਸੀ, ਉਹਨੂੰ ਚੀਰਾ ਕਹਿੰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸੁੰਦਰ ਦਸਤਾਰ ਸੀਸ ਤੇ ਸਜਾਈ ਹੈ। ਜੁਗ ਛੋਰਨ ਕੈ ਜ਼ਰੀ ਉਦਾਰੂ। ਜਿਸ ਦਸਤਾਰ ਦੇ ਪੱਗ ਦੇ ਦੋਵਾਂ ਕਿਨਾਰਿਆਂ ਤੇ ਜਰੀ ਲੱਗੀ ਹੋਈ ਹੈ, ਬੜੀ ਸੋਹਣੀ ਮਹਿੰਗੀ ਦਸਤਾਰ 6ਵੇਂ ਪਾਤਸ਼ਾਹ ਸੀਸ ਤੇ ਸਜਾਈ ਹੈ। ਸੁੰਦਰ ਪੇਚ ਲਾਏ ਸੋ ਸਾਜਾ। ਬੜੇ ਸੋਹਣੇ ਪੇਚ ਲਾ ਲਾ ਕੇ ਮਹਾਰਾਜ ਨੇ ਦਸਤਾਰ ਸਜਾਈ ਹੈ, ਦੁਮਾਲਾ ਸਜਾਇਆ ਹੈ। ਮੁਖ ਮੰਡਲ ਤਬ ਅਦਕ ਬਿਰਾਜਾ। ਬੜਾ ਸੋਹਣਾ ਸੁੰਦਰ ਮੁਖ ਮੰਡਲ ਪਾਤਸ਼ਾਹ ਦਾ ਬਹੁਤ ਹੀ ਸੋਭਾ ਪਾ ਰਿਹਾ ਹੈ। ਜਾਮਾ ਪਹਿਰਿਓ 4 ਵਿਸਾਲਾ। ਤੇ ਬਹੁਤ ਵੱਡਾ ਸੁੰਦਰ ਚੋਲਾ ਸਤਿਗੁਰੂ ਜੀ ਨੇ ਪਹਿਨਿਆ ਹੈ। ਬਨੇ 50 ਜਾ ਸਕੇ ਪਾਲਾ। ਇਹਦੀਆਂ 50 ਕਲੀਆਂ ਸਨ ਚੋਲੇ ਦੀਆਂ। ਸੁੰਦਰ ਬੰਦ ਸੋ ਦੁੰਦ ਬਿਲੰਦੇ। ਔਰ ਅੱਗੇ 2 ਤਣੀਆਂ ਸਨ ਜਿਨ੍ਹਾਂ ਦੇ ਨਾਲ ਚੋਲਾ ਬੰਨਿਆ ਜਾਂਦਾ। ਅੱਜ ਕੱਲ੍ਹ ਤਾਂ ਬਟਨ ਲੱਗੇ ਨਾ, ਪਹਿਲਾਂ ਕਲੀਆਂ ਵਾਲੇ ਚੋਲੇ ਹੁੰਦੇ ਸੀ ਤੇ ਉਹ ਤਣੀਆਂ ਦੇ ਨਾਲ ਬੰਨੇ ਜਾਂਦੇ ਸੀ। ਉਹ ਤਣੀਆਂ ਵਾਲਾ ਚੋਲਾ ਸੱਚੇ ਪਾਤਸ਼ਾਹ ਜੀ ਨੇ ਪਹਿਨਿਆ ਹੈ। ਆਇਤ ਉਰ ਪਰ ਲਮਕ ਸੁਹੰਦੇ। ਔਰ ਉਹ ਸੁੰਦਰ ਛਾਤੀ ਦੇ ਉੱਤੇ ਦੋਵੇਂ ਪਾਸੇ ਉਹ ਤਣੀਆਂ ਲਟਕਦੀਆਂ ਸੋਭਦੀਆਂ ਹਨ। ਸਿਰ ਪਰ ਜਿਗਾ ਜੇਬ ਜਿਸ ਜਾਹਰ। ਔਰ ਸੀਸ ਦੇ ਉੱਤੇ ਮਹਾਰਾਜ ਨੇ ਜਿਗਾ ਸਜਾਈ ਹੈ, ਜੇ ਹੀਰੀਆਂ ਮੋਤੀਆਂ ਨਾਲ ਜੜੀ ਹੋਈ ਹੈ। ਜਬਰ ਅਜਾਇਬ ਜਰੇ ਜਵਾਹਰ। ਬੜੇ ਬੜੇ ਕੀਮਤੀ ਜਬਰ ਜਵਾਹਰਾਤ, ਪੰਨੇ, ਸਬਜੇ, ਹੀਰੇ ਮੋਤੀ ਉਸ ਜਿਗਾ ਵਿੱਚ ਲੱਗੇ ਹੋਏ ਹਨ। ਕੁੰਡਲ ਕਰਨ ਕਰਨ ਮਹਿ ਕੰਕਨ। ਸੋਹਣੇ ਕੁੰਡਲ ਸੋਭਾ ਪਾਉਂਦੇ ਆ, ਕੜੇ ਸੁਨਹਿਰੀ ਹੱਥ ਵਿੱਚ ਪਾਏ ਹਨ। ਆਂਖ ਵਿਸਾਲ ਬਿਲੋਕਨ ਬੰਕਨ। ਮਹਾਰਾਜ ਦੀਆਂ ਅੱਖਾਂ ਬੜੀਆਂ ਸੁੰਦਰ, ਮੋਟੀਆਂ ਮੋਟੀਆਂ, ਹਿਰਨ ਦੇ ਬੱਚੇ ਵਰਗੀਆਂ ਸੁੰਦਰ ਤੇ ਕਮਲ ਦੀ ਪੰਖੜੀ ਵਰਗੀਆਂ ਵਿਸਤ੍ਰਿਤ ਹਨ। ਜਥਾ ਸੁੰਡ ਪੁਜ ਡੰਡ ਪ੍ਰਚੰਡੇ। ਦੋਵੇਂ ਬਾਹਾਂ ਸੱਚੇ ਪਾਤਸ਼ਾਹ ਦੀਆਂ ਇਸ ਤਰ੍ਹਾਂ ਹਨ ਜਿਵੇਂ ਹਾਥੀ ਦੀਆਂ ਸੁੰਡਾਂ ਹੁੰਦੀਆਂ ਨੇ। ਜਿਵੇਂ ਹਾਥੀ ਦੀ ਸੁੰਡ 'ਚ ਬਲ ਹੁੰਦਾ, ਇਵੇਂ ਮਹਾਰਾਜ 6ਵੇਂ ਪਾਤਸ਼ਾਹ ਦੇ 2 ਡੌਲੇ ਤੇ ਬਾਜੂ ਬੰਦ ਹਨ। ਨਵਰਤਨੇ ਅੰਗਦ ਜਹ ਮੰਡੇ। ਦੋਵਾਂ ਡੌਲਿਆਂ ਦੇ ਉੱਤੇ 9 ਰਤਨੇ ਅੰਗਦ ਸੋਨੇ ਦੇ ਜਿਨ੍ਹਾਂ 'ਚ 9 ਰਤਨ ਜੜੇ ਹੁੰਦੇ ਨੇ, ਉਹ ਬਹੁਤੇ ਮਹਾਰਾਜ ਨੇ ਬਾਹਾਂ ਤੇ ਸਜਾ ਲਏ ਹਨ। ਗਰਮ ਹੈ ਮੁਕਤਾ ਮਾਲ ਵਿਸਾਲਾ। ਔਰ ਮੋਤੀਆਂ ਹੀਰਿਆਂ ਦੀ ਮਾਲਾ ਗਲ ਵਿੱਚ ਪਾਈ ਹੈ। ਵਿੱਚ ਵਿੱਚ ਹੀਰਨ ਜਲ ਝਾਲਾ। ਉਹਨਾਂ ਵਿੱਚ ਹੀਰੇ ਵੀ ਜੜੇ ਹੋਏ ਹਨ। ਜਰੇ ਜਵਾਹਰ ਛਾਪ ਛਲਾਇਨ। ਬੜੀਆਂ ਸੋਹਣੀਆਂ ਸੁੰਦਰ ਛਾਪਾਂ, ਸੋਹਣੇ ਕੜੇ ਸਜਾਏ ਹਨ। ਸੋਭਤ ਸੁਭ ਸਰੂਪ ਛਬ ਆਇਨ। ਰਾਜਿਆਂ ਮਹਾਰਾਜਿਆਂ ਬਾਦਸ਼ਾਹਾਂ ਤੋਂ ਵੱਧ ਕੇ ਸੋਭਾ ਹੈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ। ਲੈ ਬਹੁ ਮੋਲਾ ਲਲਤ ਦਕੂਲ। ਔਰ ਬਹੁਤ ਕੀਮਤੀ ਸੋਹਣਾ ਦੁਸ਼ਾਲਾ ਗਲ ਵਿੱਚ ਪਾਉਣ ਵਾਲਾ, ਜਿਹਨੂੰ ਆਪਾਂ ਅੱਜ ਹਜੂਰੀਆ ਕਹਿੰਦੇ ਆ, ਪਹਿਲਾਂ ਇਹਨੂੰ ਦੁਕੂਲ ਕਹਿੰਦੇ ਸਨ। ਦੋਵਾਂ ਮੋਢਿਆਂ ਦੇ ਉੱਤੋਂ ਦੀ ਜਿਹੜਾ ਲਟਕਦਾ
ਜਰੀਦਾਰ ਸੋਹਣੇ ਰੇਸ਼ਮੀ ਕੱਪੜੇ ਦਾ ਬਣਿਆ ਮਹਿੰਗਾ ਦੁਕੂਲ ਪਹਿਨਿਆ ਹੈ, ਹਜੂਰੀਆ ਪਹਿਨਿਆ ਹੈ। ਜਰੀ ਜੁਗਤ ਸੋਬਤ ਭੁਜ ਮੂਲ, ਜੋ ਮਹਾਰਾਜ ਸਾਹਿਬ ਜੀ ਦੇ ਮੋਢਿਆਂ ਦੇ ਉੱਤੋਂ ਦੀ ਜਰੀਦਾਰ ਦੁਸ਼ਾਲਾ ਸੋਭਾ ਪਾ ਰਿਹਾ ਹੈ। ਗਹਿ ਦੀਰਘ ਪਹਿਰੀ ਸ਼ਮਸ਼ੇਰ, ਔਰ 2 ਤਲਵਾਰਾਂ ਮੀਰੀ ਪੀਰੀ ਦੀਆਂ ਵੱਡੀਆਂ ਗਾਤਰੇ ਪਾ ਲਈਆਂ ਹਨ। ਬਲੀ ਵਿਸਾਲ ਸੋਬਤ ਸਮ ਸ਼ੇਰ, ਬੜੇ ਮਹਾਬਲੀ ਯੋਧੇ, ਬੱਬਰ ਸ਼ੇਰ ਵਰਗਾ ਰੋਹਬ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ। ਜਾਂਬੂ ਨਦ ਕੇ ਫੂਲ ਲਗਾਏ, ਕਹਿੰਦੇ ਤਲਵਾਰਾਂ ਦੇ ਮੁੱਠੇ ਤੇ ਸੁਨਹਿਰੀ ਕੰਮ ਹੋਇਆ ਹੈ ਤੇ ਸੋਨੇ ਦੇ ਫੁੱਲ ਲੱਗੇ ਹਨ। ਬਾਂਧ ਲਈ ਅਸ ਢਾਲ ਸੁਹਾਏ, ਜਿਸ ਢਾਲ ਦੇ ਉੱਤੇ ਸੁਨਹਿਰੀ ਫੁੱਲ ਹਨ, ਫੁੱਲਾਂ ਦੇ ਢਾਲ ਦੇ ਫੁੱਲਾਂ ਤੇ ਸੋਨੇ ਦਾ ਕੰਮ ਹੋਇਆ। ਸੁਨਹਿਰੀ ਫੁੱਲਾਂ ਵਾਲੀ ਢਾਲ ਸਤਿਗੁਰੂ ਜੀ ਨੇ ਪਹਿਨੀ ਹੈ। ਕੰਚਨ ਮਹਿ ਜਰਾਓ ਜਰਵਾਇਓ, ਔਰ ਸੋਨੇ ਦੇ ਵਿੱਚ ਹੀਰੇ ਜੜੇ ਹੋਏ ਹਨ। ਅਸ ਨਿਖੰਗ ਕਟ ਸੰਗ ਲਗਾਇਓ, ਇਹੋ ਜਿਹਾ ਸੁਨਹਿਰੀ ਪੱਥਾ ਜਿਹਦੇ 'ਚ ਤੀਰ ਪਾਈ ਦੇ ਨੇ ਮੋਢੇ ਤੇ ਸਜਾਇਆ ਸਤਿਗੁਰੂ ਜੀ ਨੇ। ਧਨਕ ਕਠੋਰ ਹਾਥ ਮਹਿ ਗਹਿਓ, ਔਰ 9 ਟੰਕਾ ਭਾਰੀ ਧਨੁਸ਼ ਮਹਾਰਾਜ ਜੀ ਨੇ ਹੱਥ ਵਿੱਚ ਪਕੜ ਲਿਆ ਹੈ। ਪਨਹੀ ਪਾਏ ਚਲਨ ਕੋ ਚਹਿਓ, ਜੋੜਾ ਪਾ ਕੇ ਪੂਰੀ ਤਰ੍ਹਾਂ ਤਿਆਰ ਹੋ ਕੇ ਗਵਾਲੀਅਰ ਦੇ ਕਿਲੇ ਤੋਂ ਚੱਲਣ ਲਈ ਖੜ ਗਏ ਹਨ। ਸੁਨ ਪਿਖ ਕਹਿ ਕੈਦੀ ਮਹਿਪਾਲ, ਰਾਜਿਆਂ ਨੂੰ ਖਬਰ ਭੇਜ ਦਿੱਤੀ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਜਾ ਰਹੇ ਨੇ। ਜਿਹੜੇ ਰਾਜੇ ਉਹਨਾਂ ਦਾ ਪੱਲਾ ਫੜਨਗੇ ਉਹ ਬਾਹਰ ਜਾ ਸਕਣਗੇ। ਹਰਖਤ ਸਭ ਆਏ ਤਤਕਾਲ, ਪਹਿਲਾਂ ਤਾਂ ਰਾਜਿਆਂ ਨੇ ਵਿਚਾਰ ਕੀਤੀ ਬਈ ਇਹ ਸਵਾਲ ਸਾਡੇ ਤੇ ਕਿਉਂ ਪਾਇਆ ਗਿਆ। ਇਹ ਸਵਾਲ ਤਾਂ ਪਾਇਆ ਵੀ ਅਸੀਂ ਕਿਸੇ ਇਨਸਾਨ ਦਾ ਪੱਲਾ ਨਾ ਫੜਾਂਗੇ, ਰਹਿ ਜਾਵਾਂਗੇ। ਪਰ ਅਸੀਂ ਕਿਸੇ ਇਨਸਾਨ ਦਾ ਪੱਲਾ ਨਹੀਂ ਫੜ ਰਹੇ, ਅਸੀਂ ਤਾਂ ਭਗਵਾਨ ਦਾ ਪੱਲਾ ਫੜ ਰਹੇ ਹਾਂ। ਗੁਰੂ ਹਰਗੋਬਿੰਦ ਸਾਹਿਬ ਪਰਮੇਸ਼ਰ ਅਕਾਲ ਪੁਰਖ ਦਾ ਅਵਤਾਰ ਹਨ, ਗੁਰੂ ਨਾਨਕ ਸਾਹਿਬ ਦਾ ਰੂਪ ਹਨ। ਉਹਨਾਂ ਦੇ ਪੱਲੇ ਫੜਨ ਵਿੱਚ ਸਾਡੀ ਕੋਈ ਹੱਤਕ ਨਹੀਂ ਹੈ। ਇਹ ਸਾਰੇ ਰਾਜੇ ਇਕੱਠੇ ਹੋ ਕੇ ਆ ਗਏ ਹਨ। ਹਾਂਜੀ। ਦੀਨ ਮਲੀਨ ਘੁਟਾਲ ਕਰਾਲੇ, ਔਰ ਬੜੇ ਦੀਨ ਮਨੇ ਜੇ ਹੋਏ, ਨਿਮਾਣੇ ਹੋਏ, ਵਿਚਾਰੇ ਬਹੁਤ ਸਰੀਰਕ ਤੌਰ 'ਤੇ ਕਮਜ਼ੋਰ ਵੀ ਹੋ ਚੁੱਕੇ ਸਨ, ਕਈ ਸਾਲਾਂ ਤੋਂ ਜੇਲ੍ਹ ਵਿੱਚ ਸਨ। ਖੁਸ਼ੀ ਗੁਰੂ ਸਾਹਿਬ ਵੱਲ ਦੌੜੇ ਹਨ। ਹਾਂਜੀ। ਬਹੁ ਗੁਰੂਏ ਪਗ ਬੰਧਨ ਡਾਲੇ, ਪੈਰਾਂ ਵਿੱਚ ਬੇੜੀਆਂ, ਹੱਥ ਵਿੱਚ ਹੱਥ ਕੜੀਆਂ ਪਈਆਂ ਹੋਈਆਂ ਹਨ। ਦੇਖ ਕਿਰਪਾ ਕਰ ਕਹਿਓ ਕਿਰਪਾਲ, ਮਹਾਰਾਜ ਨੇ ਇਹਨਾਂ 52 ਰਾਜਿਆਂ ਦੀ ਹਾਲਤ ਵੇਖੀ, ਕਿਰਪਾ ਦੇ ਘਰ 'ਚ ਆਏ ਤੇ ਬੰਦੀ ਛੋੜ ਦਾਤਾ ਜੀ ਕਹਿਣ ਲੱਗੇ। ਇੱਕ ਦਾਮਨ ਗਹਿ ਇੱਕ ਮਹਿਪਾਲ, ਮਹਾਰਾਜ ਕਹਿੰਦੇ ਬਈ ਸਾਡੇ ਚੋਲੇ ਦੀ ਇੱਕ ਕਲੀ ਫੜ ਲਓ ਸਾਰੇ। ਹਾਂਜੀ। ਉਤਲਾਵਤ ਜਬ ਪਕਰਨ ਧਾਏ, ਇਹ ਵਿਚਾਰੇ 52 ਰਾਜੇ ਦੌੜੇ ਨੇ ਮਹਾਰਾਜ ਦੇ ਚੋਲੇ ਦੀਆਂ ਕਲੀਆਂ ਫੜਨ ਵਾਸਤੇ, ਕਾਹਲੀ ਅੱਗੇ ਵਧੇ ਨੇ। ਸਨੇ ਦੇ ਧੀਰ ਗਹਾਏ, ਮਹਾਰਾਜ ਕਹਿੰਦੇ ਹੌਸਲੇ ਨਾਲ ਭਾਈ, ਕਿਸੇ ਨੂੰ ਨਹੀਂ ਛੱਡਦੇ, ਫੜ ਲਓ ਕਲੀਆਂ ਚੋਲੇ ਦੀਆਂ। ਹਾਂਜੀ। ਜਾਮੇ ਕੇ 50 ਥੇ ਪਾਲੇ, ਸਾਧ ਸੰਗਤ ਜੀ ਮਹਾਰਾਜ ਦੇ ਚੋਲੇ ਦੀਆਂ 50 ਕਲੀਆਂ ਸਨ। ਕਹੇ 50 ਹੀ ਮਹਿਪਾਲੇ, 50 ਰਾਜਿਆਂ ਨੇ 50 ਕਲੀਆਂ ਫੜ ਲਈਆਂ। 2 ਭੂਪਤ ਕੈਦੀ ਤਬ ਰਹੇ, 2 ਰਾਜੇ ਰਹਿ ਗਏ। 2 ਕੈਦੀ ਜਿਹੜੇ ਰਾਜੇ ਸਨ ਉਹਨਾਂ ਨੂੰ ਫੜਨ ਵਾਸਤੇ ਕਲੀ ਨਹੀਂ ਮਿਲੀ। ਹਾਂਜੀ। ਅਪਰ ਸਰਬ ਨੇ ਦਾਮਨ ਗਹੇ, ਬਾਕੀ ਸਾਰਿਆਂ ਨੂੰ ਪੱਲਾ ਇੱਕ ਮਿਲ ਗਿਆ। 50 ਦੇ 50 ਰਾਜਿਆਂ ਨੂੰ 50 ਕਲੀਆਂ ਮਿਲ ਗਈਆਂ। 2 ਰਾਜੇ ਹੋਰ ਸਨ ਜਿਨ੍ਹਾਂ ਨੂੰ ਕਲੀ ਹੱਥ ਨਹੀਂ ਲੱਗੀ। ਸੋ ਕਰ ਜੋਰ ਮਹਾ ਗਿਆਏ, ਉਹ ਰੋਣ ਲੱਗ ਪਏ ਤੇ ਏਦਾਂ ਹੱਥ ਜੋੜ ਕੇ ਮਹਾਰਾਜ ਨੂੰ ਬੇਨਤੀ ਕਰਦੇ, ਹਮਹੁ ਨ ਤਿਆਗੇ ਜਾਹੋ ਇਥਾਏ, ਮਹਾਰਾਜ ਸਾਨੂੰ ਛੱਡ ਕੇ ਨਾ ਜਾਓ। ਸਾਡਾ ਕੀ ਬਣੇਗਾ? ਇਹ 50 ਰਾਜੇ ਤੁਹਾਡੇ ਨਾਲ ਜਾ ਰਹੇ ਨੇ, ਅਸੀਂ 2 ਹੀ ਬਦਕਿਸਮਤ ਹਾਂ ਜਿਨ੍ਹਾਂ ਨੂੰ ਛੱਡ ਚੱਲੇ ਹੋ। ਨਿਕਟ ਹੱਥ ਕੋ ਹਟਕ ਸਿਪਾਹੀ, ਉਹ ਵਿਚਾਰੇ ਅੱਗੇ ਵੱਧ ਕੇ ਜਦੋਂ ਬੇਨਤੀ ਕਰਨ ਲੱਗੇ ਤੇ ਸਿਪਾਹੀ ਉਹਨਾਂ ਨੂੰ ਧੱਕਾ ਮਾਰ ਕੇ ਪਿੱਛੇ ਕਰਦੇ ਹਨ। ਗਹੋ ਕਹਾਂ ਛੂਛੋ ਅਬ ਨਾਹੀ, ਸਿਪਾਹੀ ਕਹਿੰਦੇ ਨੇ ਤੁਸੀਂ ਕੀ ਫੜੋਗੇ? ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੋਈ ਵੀ ਕਲੀ ਬਚੀ ਨਹੀਂ ਹੈ। ਜਾਮੇ ਕੇ 50 ਹੀ ਪਾਲੇ, ਮਹਾਰਾਜ ਦੇ ਚੋਲੇ ਦੀਆਂ 50 ਹੀ ਕਲੀਆਂ ਹਨ ਭਾਈ। ਗਹੇ 50 ਭਵਾਲ ਬਸਾਲੇ, 50 ਰਾਜਿਆਂ ਨੇ ਫੜ ਲਈਆਂ ਹਨ ਉਹ ਕਲੀਆਂ। ਹਾਂਜੀ। ਅਦਕ ਭੀੜ ਗੁਰ ਕੇਰ ਸਮੀਪ, ਤੇ ਗੁਰੂ ਸਾਹਿਬ ਕੋਲ ਇੰਨੀ ਭੀੜ ਆ ਵੀ ਤੁਸੀਂ ਵਿੱਚ ਕਿੱਥੇ ਵੜਦੇ ਹੋ? ਜਾਓ, ਤੁਹਾਡੀ ਕਿਸਮਤ 'ਚ ਨਹੀਂ ਨਿਕਲਣਾ ਇੱਥੋਂ।
ਖਸ ਆਪਸ ਮਹਿ ਥਿਰੇ ਮਹੀਪ। ਕਲੀਆਂ ਨੇੜੇ ਨੇੜੇ ਹੋਣ ਕਰਕੇ ਰਾਜੇ ਆਪਸ 'ਚ ਖਸ ਕੇ ਖੜੇ ਹਨ। ਬੜੇ ਮੁਸ਼ਕਲ ਨਾਲ ਤੁਸੀਂ ਕਿੱਥੇ ਖੜੋਗੇ? ਤੁਮਰੀ ਪਰਾ ਲਬਦ ਦੁਖ ਪਾਵਹੋ। ਤੁਹਾਡੀ ਪਰਾ ਲੱਭਦੀ ਹੈ, ਜੇਲ੍ਹ 'ਚ ਰਹਿਣਾ ਤੁਹਾਡੇ ਕਰਮਾਂ 'ਚ ਹੈ, ਤੁਸੀਂ ਨਹੀਂ ਨਿਕਲ ਸਕਦੇ ਇੱਥੋਂ। 2 ਵੇ ਤੁਸੀਂ ਰਵੋ ਹੁਣ ਇੱਥੇ ਹੀ। ਹਾਂਜੀ, ਹਟਹੋ ਪਿਛਾਰੀ ਨਿਕਟ ਨਾ ਜਾਵਹੋ। ਪਿੱਛੇ ਹਟ ਜਾਓ, ਗੁਰੂ ਸਾਹਿਬ ਦੇ ਨੇੜੇ ਨਾ ਹੋਵੋ। ਇਹਨਾਂ 50 ਨੂੰ ਗੁਰੂ ਸਾਹਿਬ ਲੈ ਚੱਲੇ ਆ, ਤੁਹਾਨੂੰ ਨਹੀਂ ਲੈ ਕੇ ਜਾਣਗੇ। ਦੋਨੋਂ ਨ੍ਰਿਪ ਤਬ ਊਚ ਪੁਕਾਰੇ। ਤਾਂ ਦੋਵਾਂ ਰਾਜਿਆਂ ਨੇ ਉੱਚੀ ਪੁਕਾਰ ਕਰਕੇ ਆਖਿਆ, ਪ੍ਰਾਨ ਦਾਨ ਦੇਹੁ ਗੁਰੂ ਹਮਾਰੇ। ਇਹ ਗੁਰੂ ਜੀ, ਸਾਨੂੰ ਵੀ ਨਵਾਂ ਜੀਵਨ ਬਖਸ਼ੋ, ਸਾਨੂੰ ਵੀ ਜ਼ਿੰਦਗੀ ਬਖਸ਼ੋ, ਇਹ ਨਰਕਾਂ 'ਚੋਂ ਕੱਢੋ ਮਹਾਰਾਜ। ਤੁਮਰੇ ਬਿਨ ਕੋ ਰਖਿਅਕ ਨਾਹੀ। ਤੁਹਾਡੇ ਤੋਂ ਬਿਨਾਂ ਸਾਡਾ ਕੋਈ ਰਾਖਾ ਨਹੀਂ ਹੋਣਾ। ਆਨ ਛੁਟਾਏ ਕੈਦ ਜੇ ਮਾਹੀ। ਇਹ ਮਹਾਰਾਜ ਹੋਰ ਹੁਣ ਸਾਨੂੰ ਕੌਣ ਆਵੇਗਾ ਪੱਲੇ ਲਾ ਕੇ ਛਡਾਉਣ ਵਾਲਾ? ਤੁਸੀਂ ਕਰ ਸਕਦੇ ਹੋ ਕਿਰਪਾ। ਜੇ ਤੁਸੀਂ ਸਾਨੂੰ ਛੱਡ ਗਏ ਤੇ ਫਿਰ ਅਸੀਂ ਇੱਥੇ ਹੀ ਸੜਾਂਗੇ ਸਾਰੀ ਜ਼ਿੰਦਗੀ। ਹਾਂਜੀ, ਹਮ ਅਨਾਥ ਕੇ ਤੁਮ ਹੋ ਨਾਥ। ਸਾਡੇ ਅਨਾਥਾਂ ਦੇ ਨਾਥ ਤੁਸੀਂ ਹੋ ਮਹਾਰਾਜ। ਕਿਰਪਾ ਕਰੋ ਲੀਜਹਿ ਨਿਜ ਸਾਥ। ਕਿਰਪਾ ਕਰੋ ਸਾਨੂੰ ਆਪਣੇ ਨਾਲ ਲੈ ਚੱਲੋ। ਦੇਖ ਕਿਰਪਾਲ ਦੀਨ ਦੁਖਿਆਰੇ। ਉਹਨਾਂ ਦੋਵਾਂ ਰਾਜਿਆਂ ਦੀ ਇਹ ਪੁਕਾਰ ਸੁਣ ਕੇ ਮਹਾਂ ਦਿਆਲੂ, ਮਹਾਂ ਕਿਰਪਾਲੂ, ਬੰਦੀ ਛੋੜ ਦਾਤਾ ਜੀ ਦੇ ਨੇਤਰਾਂ 'ਚ ਤਰਸ ਆ ਗਿਆ। ਹਾਂਜੀ, ਸ੍ਰੀ ਮੁਖ ਤੇ ਕਹਿ ਊਚ ਹਕਾਰੇ। ਤੇ ਉੱਚੀ ਆਵਾਜ਼ ਦੇ ਕੇ ਦੋਵਾਂ ਰਾਜਿਆਂ ਨੂੰ ਅੱਗੇ ਬੁਲਾ ਲਿਆ। ਦੋਇ ਜਾਮੇ ਕੇ ਬੰਦ ਹਮਾਰੇ। ਕਹਿਣ ਲੱਗੇ, ਆ ਸਾਡੇ ਜਾਮੇ ਨੂੰ, ਚੋਲੇ ਨੂੰ ਜੋ ਬੰਨਣ ਵਾਸਤੇ 2 ਤਣੀਆਂ ਲੱਗੀਆਂ ਨਾ ਅੱਗੇ, ਇਹ ਫੜ ਲਓ ਤੁਸੀਂ। ਹਾਂਜੀ, ਆਏ ਗਹੋ ਨਿਜ ਹਾਥ ਮਝਾਰੇ। ਇਹ ਫੜ ਲਓ ਤੇ ਤੁਹਾਨੂੰ ਵੀ ਨਾਲ ਲੈ ਚੱਲੀਏ। ਹਾਂਜੀ, ਸੁਨਤ ਨਰਿੰਦ ਆਨੰਦ ਬਿਲੰਦੇ। ਸੁਣ ਕੇ ਰਾਜੇ ਬੜੇ ਖੁਸ਼ ਹੋਏ। ਆਏ ਦੁੰਦ ਦੌਰ ਗਹਿ ਬੰਦੇ। ਉਹ ਦੌੜ ਕੇ ਆਏ ਤੇ ਦੋਵਾਂ ਨੇ ਉਹ ਫਟਾਫਟ ਮਹਾਰਾਜ ਦੇ ਜਿਹੜੇ ਚੋਲੇ ਦੀਆਂ ਤਣੀਆਂ ਸਨ, ਜਿਹਦੇ ਨਾਲ ਚੋਲਾ ਬੰਨਿਆ ਜਾਂਦਾ ਅੱਗੋਂ, ਉਹ ਦੋਵੇਂ ਤਣੀਆਂ ਪਕੜ ਲਈਆਂ। ਕਰ ਛੂਛੋ ਸਭ ਬੰਦੀ ਖਾਨਾ। ਗਵਾਲੀਅਰ ਦਾ ਜੇਲ੍ਹ ਖਾਨਾ ਖਾਲੀ ਕਰ ਦਿੱਤਾ। ਕੋਈ ਕੈਦੀ ਜੇਲ੍ਹ 'ਚ ਰਹਿਣ ਨਹੀਂ ਦਿੱਤਾ। ਸਾਰੇ 52 ਦੇ 52 ਰਾਜੇ ਛੁਡਾ ਲਏ ਹਨ। ਸ੍ਰੀ ਗੁਰ ਚਾਹਤ ਪੇ ਪ੍ਰਸਥਲ। ਹੁਣ ਮਹਾਰਾਜ ਤੁਰਨ ਲੱਗੇ ਨੇ। ਗੁਰੂ ਹਰਗੋਬਿੰਦ ਸਾਹਿਬ ਜੀ, ਕਿਹੋ ਜਿਹਾ ਸੀਨ ਹੋਵੇਗਾ ਸਾਧ ਸੰਗਤ ਜੀ, ਵੀ ਸੱਚੇ ਪਾਤਸ਼ਾਹ ਬੜਾ ਲੰਮਾ ਚੋਲਾ ਪਾਇਆ ਤੇ ਉਹ 52 ਕਲੀਆਂ ਪਿੱਛੇ ਰਾਜਿਆਂ ਨੇ ਫੜੀਆਂ ਹੋਈਆਂ ਨੇ। 2 ਰਾਜੇ ਅੱਗੇ ਤੇ 50 ਪਿੱਛੇ। ਤੇ ਗੁਰੂ ਹਰਗੋਬਿੰਦ ਸਾਹਿਬ ਜੀ, ਉਹ ਦਰਵਾਜ਼ਾ ਹੁਣ ਵੀ ਮੌਜੂਦ ਹੈ। ਦਾਸ ਨੇ ਕਈ ਵਾਰੀ ਦਰਸ਼ਨ ਕੀਤੇ ਜਾ ਕੇ, ਜਿਸ ਦਰਵਾਜ਼ੇ 'ਚੋਂ ਸਤਿਗੁਰੂ ਜੀ ਬਾਹਰ ਨਿਕਲੇ ਹਨ। ਹਾਂਜੀ, ਜਹ ਕਹਿ ਸੁਧ ਲੋਕਨ ਸੁਨ ਪਾਈ। ਥਾਂ ਥਾਂ ਤੇ ਗੁਰੂ ਸਾਹਿਬ ਜੀ ਦੇ ਬਾਹਰ ਆਉਣ ਦੀ ਖਬਰ ਪਹੁੰਚ ਗਈ ਸੀ ਵੀ ਅੱਜ ਗੁਰੂ ਹਰਗੋਬਿੰਦ ਸਾਹਿਬ ਬਾਹਰ ਆ ਜਾਣਗੇ ਗਵਾਲੀਅਰ ਦੇ ਕਿਲੇ ਵਿੱਚੋਂ। ਹਾਂਜੀ, ਹਿਤ ਦੇਖਣ ਕੇ ਆਵਤ ਧਾਈ। ਦੁਨੀਆ ਬਾਹਰ ਦਰਵਾਜ਼ੇ ਤੇ ਪਹਿਲਾਂ ਹੀ ਖੜੀ ਹੈ ਵੀ ਗੁਰੂ ਸਾਹਿਬ ਆ ਰਹੇ ਹੈ, ਦਰਸ਼ਨ ਕਰੀਏ ਚੱਲ ਕੇ। ਕਈ ਦੇ ਪੰਜਾਬ 'ਚੋਂ ਗਏ ਨੇ ਸਿੱਖ, ਕਈ ਗਵਾਲੀਅਰ ਦੇ ਇਲਾਕੇ ਦੇ ਹਨ, ਕੋਈ ਆਗਰੇ ਦੇ ਹਨ, ਕੋਈ ਮਥੁਰਾ ਦੇ ਹਨ, ਕੋਈ ਦਿੱਲੀ ਦੇ ਹਨ। ਸਭ ਸੰਗਤਾਂ ਖੜੀਆਂ ਹਨ ਗੁਰੂ ਜੀ ਦੇ ਦਰਸ਼ਨਾਂ ਵਾਸਤੇ। ਹਾਂਜੀ, ਸ੍ਰੀ ਗੁਰ ਸੰਗ ਸਕਲ ਮਹਿ ਪਾਲਾ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਸਾਰੇ ਰਾਜੇ 52 ਰਾਜੇ ਬਾਹਰ ਨਿਕਲੇ ਹਨ। ਨਿਕਸਤ ਦੁਰਗ ਗਹੇ ਸਭ ਪਾਲਾ। ਪੱਲੇ ਫੜੇ ਹੋਏ ਨੇ ਗੁਰੂ ਸਾਹਿਬ ਦੇ ਤੇ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲ ਰਹੇ ਨੇ। ਧੰਨ ਧੰਨ ਗੁਰ ਬੜ ਉਪਕਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਬੜ ਜੋਧਾ, ਬਹੁ ਪਰਉਪਕਾਰੀ। ਸਤਿਗੁਰਾਂ ਦੇ ਜੈ ਜੈਕਾਰ ਦੇ ਜਕਾਰੇ ਲੱਗ ਰਹੇ ਨੇ। ਕਿਉਂ ਨਾ ਗਹਿ ਨਰ ਸਰਨ ਤੁਮਾਰੀ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਤੁਹਾਡੇ ਸਿੱਖ ਕਿਉਂ ਨਾ ਬਣੀਏ, ਕਿਉਂ ਨਾ ਤੁਹਾਡੀ ਸ਼ਰਨ ਪਕੜੀਏ। ਤੁਸੀਂ ਇਸ ਸੰਸਾਰ ਦੀਆਂ ਜੇਲ੍ਹਾਂ 'ਚੋਂ ਵੀ ਕੱਢਣ ਵਾਲੇ ਹੋ ਤੇ ਜਮਾਂ ਤੋਂ ਵੀ ਛੁਡਾਉਣ ਵਾਲੇ ਹੋ। ਹਾਂਜੀ, ਜੀਵਤ ਮ੍ਰਿਤਕ ਸਦਾ ਰਖਵਾਰੇ। ਮਹਾਰਾਜ ਤੁਸੀਂ ਸਾਡੇ ਜਿਉਂਦਿਆਂ ਵੀ ਰਾਖੇ ਹੋ, ਸਾਡੇ ਮਰਿਆਂ ਦੇ ਵੀ ਤੁਸੀਂ ਰਾਖੇ ਹੋ। ਇਹ ਲੋਕ ਸੁਖੀਏ ਪਰਲੋਕ ਸੁਹੇਲੇ ਤੁਸੀਂ ਸਾਨੂੰ ਕਰ ਸਕਦੇ ਹੋ। ਮਹਾਰਾਜ ਛੇਵੇਂ ਪਾਤਸ਼ਾਹ ਜੀ ਇਸ ਸੰਸਾਰ ਵਿੱਚ ਵੀ ਆਪਣੇ ਸਿੱਖਾਂ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦੇ। ਤਾਤੀ ਵਾਹ ਨਾ ਲੱਗਈ ਪਾਰ ਬ੍ਰਹਮ ਸਰਣਾਈ। ਜੋ ਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੈ ਨ ਪਾਈ। ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ ਏਕਾ ਲਿਵ ਲਾਈ।
ਅੱਗੇ ਜਮਾਂ ਤੋਂ ਵੀ ਛੁਡਾਉਣ ਵਾਲੇ ਹੋ। ਹਾਂਜੀ। ਦੇਤ ਆਨੰਦ ਕਸ਼ਟ ਨਿਰਵਾਰੇ, ਆਪਣੇ ਸੇਵਕਾਂ ਦੇ ਕਸ਼ਟ ਕੱਢ ਕੇ ਸੇਵਕਾਂ ਨੂੰ ਆਨੰਦ ਖੁਸ਼ੀਆਂ ਖੇੜੇ ਦਿੰਦੇ ਹੋ ਮਹਾਰਾਜ। ਆਵਤ ਦੇਖਣ ਨਰਗਨ ਦੌਰ, ਮਹਾਰਾਜ ਆਪ ਬੜੇ ਮਹਾਨ ਹੋ। ਇੱਦਾਂ ਲੋਕ ਜਕਾਰੇ ਲਾ ਰਹੇ ਨੇ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਾਪ ਹੋ ਰਿਹਾ। ਹਜ਼ਾਰਾਂ ਲੋਕ ਗਵਾਲੀਅਰ ਦੇ ਦਰਵਾਜ਼ੇ 'ਤੇ ਗੁਰੂ ਸਾਹਿਬ ਨੂੰ ਵੇਖਣ ਆਏ ਹਨ, ਦਰਸ਼ਨ ਕਰਨ ਆਏ ਹਨ। ਜਿਹੜੇ ਪਹਿਲਾਂ ਜਾਣਦੇ ਗੁਰੂ ਦੇ ਪਿਆਰੇ ਉਹ ਵੀ ਦਰਸ਼ਨ ਕਰਨ ਆਏ ਨੇ, ਜਿਹੜੇ ਗੁਰੂ ਦੇ ਪ੍ਰੇਮੀ ਨਵੀਂ ਮਹਿਮਾ ਸੁਣੀ ਹੈ ਉਹ ਵੀ ਦਰਸ਼ਨ ਕਰਨ ਆਏ। ਹਾਂਜੀ। ਸਨੇ ਸਨੇ ਗੁਰ ਨਿਕਸੇ ਪੌਰ, ਹੌਲੇ ਹੌਲੇ ਮਹਾਰਾਜ ਗਵਾਲੀਅਰ ਦੇ ਦਰਵਾਜ਼ੇ ਕਿਲੇ 'ਚੋਂ ਬਾਹਰ ਨਿਕਲੇ ਹਨ। ਹਾਥ ਬੰਦ ਸਭ ਬੰਧਨ ਠਾਨ, ਸਭ ਦੁਨੀਆ ਖੜੀ ਫੁੱਲਾਂ ਦੀ ਵਰਖਾ ਕਰਦੇ, ਕੋਈ ਰਣ ਸਿੰਘੇ ਵਜਾਉਂਦਾ, ਕੋਈ ਮਹਾਰਾਜ ਦੇ ਨਗਾਰੇ ਵਜਾ ਰਿਹਾ, ਕੋਈ ਮਹਾਰਾਜ ਸੱਚੇ ਪਾਤਸ਼ਾਹ 'ਤੇ ਫੁੱਲਾਂ ਦੀ ਵਰਖਾ ਕਰ ਰਿਹਾ। ਜੈ ਜੈਕਾਰ ਹੋ ਰਹੀ ਹੈ ਤੇ ਹੱਥ ਜੋੜ ਕੇ ਚਰਨਾਂ 'ਤੇ ਮੱਥਾ ਟੇਕਦੇ ਨੇ ਲੋਕ। ਮਾਨਵ ਗੁਣ ਹੈ ਸੋ ਮਨ ਅਨੁਮਾਨ, ਲੋਕ ਮਨ 'ਚ ਸੋਚਦੇ ਨੇ ਕਿ ਇਹ ਰੱਬ ਦਾ ਹੀ ਰੂਪ, ਪਰਮਾਤਮਾ ਦਾ ਰੂਪ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਹਨ। ਕਬਿਤ ਸੰਕਟ ਨਰਕ ਕੋ ਬਿਕਟ, ਜੇ ਪ੍ਰਲਾਪ ਜੈਸੇ। ਜਿਵੇਂ ਕੀ ਸੋਚਦੇ ਨੇ ਲੋਕ, ਕਵਿਰਾਜ ਭਾਈ ਸੰਤੋਖ ਸਿੰਘ ਜੀ ਹੁਣ ਕੁਝ ਐਗਜ਼ੈਂਪਲਾਂ ਦੇ ਰਹੇ ਨੇ, ਕੁਝ ਮਿਸਾਲਾਂ ਦੇ ਰਹੇ ਨੇ। ਉਹ ਕਹਿੰਦੇ ਨੇ ਕਿ ਜਿਵੇਂ ਨਰਕਾਂ ਦੇ ਵਿੱਚ ਬੜੇ ਭਾਰੀ ਸੰਕਟ ਪਾ ਰਹੇ ਸੀ ਜੀਵ, ਹਾਏ ਹਾਏ ਕਰ ਰਹੇ ਸੀ ਪਾਪੀ, ਕਰਮ ਕਮਾਉਂਦੇ ਕਰਦੇ ਹਾਏ ਹਾਏ। ਨਾਨਕ ਜਿਉਂ ਮਥਨ ਮਧਾਣੀਆਂ ਤਿਉਂ ਮਥੇ ਧਰਮ ਰਾਏ। ਧਰਮਰਾਜ ਪਾਪੀਆਂ ਨੂੰ ਉਹਨਾਂ ਦੇ ਕਰਮਾਂ ਦੀ ਸਜ਼ਾ ਦੇ ਰਿਹਾ ਸੀ। ਹਾਂਜੀ। ਨਿਕਸੇ ਨਿਸੰਗ ਸੰਗ ਜਨਕ ਨਰਿੰਦ ਕੇ, ਇਹਨੇ ਨੂੰ ਰਾਜਾ ਜਨਕ ਨਰਕਾਂ 'ਚ ਆ ਗਏ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਭਾਈ ਗੁਰਦਾਸ ਜੀ ਨੇ ਕਥਾ ਲਿਖੀ ਹੈ ਰਾਜੇ ਜਨਕ ਦੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਬੜਾ ਵੱਡਾ ਰੱਬ ਦਾ ਭਗਤ ਹੋਇਆ ਰਾਜਾ ਜਨਕ। ਸੀਤਾ ਦਾ ਪਿਤਾ ਸੀ, ਰਾਮਚੰਦਰ ਜੀ ਦਾ ਸਹੁਰਾ ਸੀ, ਰੱਬ ਦਾ ਪਿਆਰਾ ਸੀ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਦੇਵ ਲੋਕ ਨੂੰ ਚੱਲਿਆ, ਗਣ ਗੰਧਰਵ ਸਭਾ ਸੁਖ ਵਾਸੀ। ਆਪਣੀ ਜੀਵਨ ਯਾਤਰਾ ਪੂਰੀ ਕਰਕੇ ਦੇਵਲੋਕ ਨੂੰ ਜਾ ਰਿਹਾ। ਅੱਗੋਂ ਦੀ ਧਰਮ ਰਾਜ ਲੈਣ ਵਾਸਤੇ ਆਇਆ ਕਿ ਬੜੇ ਵੱਡੇ ਮਹਾਂਪੁਰਸ਼ ਬ੍ਰਹਮ ਗਿਆਨੀ ਆ ਰਹੇ ਨੇ, ਚਲੋ ਲੈਣ ਚੱਲੀਏ। ਰਾਜਾ ਜਨਕ ਨੂੰ ਲੈਣ ਵਾਸਤੇ ਖੁਦ ਧਰਮਰਾਜ ਜੀ ਆਏ। ਜਦੋਂ ਧਰਮਰਾਜ ਨੇ ਆ ਕੇ ਨਮਸਕਾਰ ਕੀਤੀ ਤੇ ਅੱਗੋਂ ਦੀ ਲੈ ਕੇ ਜਦੋਂ ਜਾਣ ਲੱਗਾ, ਨਰਕਾਂ ਦੇ ਬੂਹੇ ਤੋਂ ਲੰਘਿਆ। ਖੱਬੇ ਪਾਸੇ ਨਰਕ ਸੀਗੇ, ਸੱਜੇ ਪਾਸੇ ਸਵਰਗ ਸੀਗੇ। ਜਦੋਂ ਨਰਕਾਂ ਦੇ ਵੱਲ ਧਿਆਨ ਦਿੱਤਾ, ਵੇਖਿਆ, ਝਾਤ ਮਾਰੀ ਕਿ ਕੀ ਹੋ ਰਿਹਾ। ਵਿਲ ਲਾਵਣ ਜੀ ਨਰਕ ਨਿਵਾਸੀ। ਨਰਕ ਦੇ ਜੀ ਹਾਏ ਹਾਏ ਕਰ ਰਹੇ ਨੇ। ਕਿਸੇ ਨੂੰ ਤੇਲ ਦੇ ਕੜਾਹੇ 'ਚ ਤਲਿਆ ਜਾ ਰਿਹਾ, ਕਿਸੇ ਨੂੰ ਜਿਉਂਦੇ ਨੂੰ ਅੱਗ 'ਚ ਸਾੜਿਆ ਜਾ ਰਿਹਾ, ਕਿਸੇ ਨੂੰ ਕੋਹਲੂ 'ਚ ਪੀੜਿਆ ਜਾ ਰਿਹਾ, ਕਿਸੇ ਨੂੰ ਗੁੜ ਦੇ ਕੜਾਹੇ 'ਚ ਸਾੜਿਆ ਜਾ ਰਿਹਾ। ਉਹ ਹਾਏ 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 ਕਰਦੇ ਨੇ। ਉਹਨਾਂ ਨੂੰ ਹਾਏ ਹਾਏ ਕਰਦਿਆਂ ਨੂੰ ਰਾਜਾ ਜਨਕ ਨੇ ਵੇਖਿਆ, ਮਨ 'ਚ ਦਇਆ ਆ ਗਈ। ਕਹਿਣ ਲੱਗਾ ਇਹ ਕੀ ਹੋ ਰਿਹਾ, ਇਹ ਹਾਏ ਹਾਏ ਕਿਉਂ ਕਰ ਰਹੇ ਨੇ। ਧਰਮਰਾਜ ਨੇ ਆਖਿਆ ਜੀ ਇਹ ਪਾਪੀ ਬੰਦੇ ਆਪਣੇ ਪਾਪਾਂ ਦੀ ਸਜ਼ਾ ਭੋਗ ਰਹੇ ਨੇ। ਜੋ ਇਹਨਾਂ ਨੇ ਦੁਨੀਆ 'ਚ ਮਾੜੇ ਕੰਮ ਕੀਤੇ ਨੇ ਉਹਦੀ ਇਹਨਾਂ ਨੂੰ ਇੱਥੇ ਸਜ਼ਾ ਮਿਲ ਰਹੀ ਹੈ। ਜਨਕ ਜੀ ਕਹਿੰਦੇ ਇਹਨਾਂ ਨੂੰ ਛੱਡ ਦੇ। ਕਹਿੰਦੇ ਛੱਡੇ ਨਹੀਂ ਜਾ ਸਕਦੇ। ਇਹਨਾਂ ਦੀ ਜਿੰਨਾ ਚਿਰ ਸਜ਼ਾ ਨਹੀਂ ਨਾ ਪੂਰੀ ਹੁੰਦੀ ਉਹਨਾਂ ਚਿਰ ਮੈਂ ਛੱਡ ਨਹੀਂ ਸਕਦਾ। ਜਦੋਂ ਅਕਾਲ ਪੁਰਖ ਦਾ ਹੁਕਮ ਆਉਣਾ, ਇਹਨਾਂ ਦੇ ਕਰਮਾਂ ਦਾ ਹਿਸਾਬ ਨਿਬੜਨਾ, ਇਹਨਾਂ ਨੂੰ ਚੱਕ ਕੇ ਦੂਜੇ ਪਾਸੇ ਛੱਡ ਦੇਣਾ ਸਵਰਗਾਂ 'ਚ। ਜਿਹੜੇ ਪਾਪ ਕੀਤੇ ਨੇ ਇੱਥੇ ਭੋਗ ਲੈਣਗੇ, ਜਿਹੜੇ ਪੁੰਨ ਕੀਤੇ ਨੇ ਸਵਰਗ ਭੋਗ ਲੈਣਗੇ। ਉਸ ਤੋਂ ਬਾਅਦ ਫਿਰ ਦੁਨੀਆ 'ਚ ਚਲੇ ਜਾਣਗੇ, ਜੰਮਣਗੇ, ਮਰਨਗੇ। ਜਨਕ ਜੀ ਕਹਿੰਦੇ ਨਹੀਂ, ਕੋਈ ਤਰੀਕਾ ਤੇ ਹੋਵੇਗਾ ਇਹਨਾਂ ਦੀ ਮੁਕਤੀ ਹੋ ਜਾਏ।
ਉਹ ਕਹਿੰਦੇ ਹਾਂ ਇੱਕ ਤਰੀਕਾ ਹੈ ਵੀ ਜਿੰਨੇ ਇਹਨਾਂ ਨੇ ਪਾਪ ਕੀਤੇ ਓਨੇ ਕੋਈ ਪੁੰਨ ਜਮ੍ਹਾਂ ਕਰਾ ਦੇਵੇ। ਜਿੰਨੇ ਇਹਨਾਂ ਨੇ ਪਾਪ ਕੀਤੇ ਨੇ ਓਨੇ ਕੋਈ ਪੁੰਨ ਦੇ ਦੇਵੇ। ਜਨਕ ਜੀ ਕਹਿਣ ਲੱਗੇ ਵੀ ਜਿੰਨੇ ਪਾਪ ਕੀਤੇ ਓਨੇ ਪੁੰਨ ਕਿੱਥੋਂ ਲਿਆਈਏ। ਬੰਦਾ ਆਪਣੀ ਜ਼ਿੰਦਗੀ 'ਚ ਐਵਰੇਜ ਕੱਢੇ ਨਾ, ਪਾਪ ਜ਼ਿਆਦਾ ਨਿਕਲਦੇ ਨੇ, ਪੁੰਨ ਘੱਟ ਹੁੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪਾਪ ਜ਼ਿਆਦਾ ਹੁੰਦੇ ਨੇ, ਪੁੰਨ ਥੋੜ੍ਹੇ ਹੁੰਦੇ ਨੇ। ਸਾਰਿਆਂ ਦੇ ਪਾਪ ਹੀ ਜ਼ਿਆਦਾ ਨੇ, ਪੁੰਨ ਤਾਂ ਇੰਨੇ ਆਉਣੇ ਨਹੀਂ। ਕਹਿੰਦੇ ਕੋਈ ਹੋਰ ਪ੍ਰੋਸੀਜਰ ਹੈ ਇਹਨਾਂ ਦੀ ਜ਼ਮਾਨਤ ਹੋ ਜਾਵੇ। ਉਹ ਕਹਿੰਦੇ ਇੱਕ ਹੋਰ ਵੀ ਹੈ। ਕਹਿੰਦੇ ਕੋਈ ਤੁਹਾਡੇ ਵਰਗਾ ਮਹਾਂਪੁਰਸ਼ ਬ੍ਰਹਮ ਗਿਆਨੀ ਆਪਣੀ ਬੰਦਗੀ ਵਿੱਚੋਂ, ਆਪਣੇ ਸਿਮਰਨ ਵਿੱਚੋਂ, ਨਾਮ ਜਪਿਆ ਵਿੱਚੋਂ ਕੁਝ ਦੇ ਦੇਵੇ। ਉਹ ਕਹਿੰਦੇ ਠੀਕ ਹੈ। ਜਨਕ ਜੀ ਨੇ ਆਪਣੇ ਬੰਦਗੀ 'ਚ ਇੱਕ ਘੜੀ ਦਾ ਹੀ ਸਿਮਰਨ ਰੱਖਿਆ ਸੀ, ਇੱਕ ਘੜੀ ਦਾ। ਧੰਨ ਧੰਨ ਰਾਜਾ ਜਨਕ ਹੈ ਤਿਨ ਸਿਮਰਨ ਕੀਓ ਵਿਵੇਕ, ਇੱਕ ਘੜੀ ਕੇ ਸਿਮਰਨੇ ਪਾਪੀ ਤਰੇ ਅਨੇਕ। ਇੱਕ ਘੜੀ ਦਾ ਸਿਮਰਨ ਇੱਕ ਤੱਕੜੀ 'ਚ ਪਾ ਦਿੱਤਾ, ਪੱਲੇ 'ਚ ਪਾ ਦਿੱਤਾ। ਨਰਕਾਂ ਦੇ ਲੱਖਾਂ ਕਰੋੜਾਂ ਜੀਵਾਂ ਦੇ ਪਾਪ ਦੂਜੀ ਪਲੜੇ 'ਚ ਪਾ ਦਿੱਤੇ। ਉਹ ਲੱਖਾਂ ਜੀਵਾਂ ਦੇ ਪਲੜੇ 'ਚ ਪਾਏ ਹੋਏ ਪਾਪਾਂ ਵਾਲਾ ਪਲੜਾ ਹੌਲਾ ਹੋ ਗਿਆ, ਸਿਮਰਨ ਵਾਲਾ ਭਾਰੀ ਹੋ ਗਿਆ। ਨਰਕੋਂ ਛੁੱਟੇ ਜੀ ਜੰਤ, ਕੱਟੀ ਗਲੋਂ ਸਿਲਕ ਜੰਮ ਫਾਸੀ। ਭਾਈ ਸੰਤੋਖ ਸਿੰਘ ਜੀ ਐਗਜ਼ਾਮਪਲ ਦੇ ਰਹੇ ਨੇ, ਜਿਵੇਂ ਨਰਕਾਂ ਵਿੱਚ ਜੀਵ ਸੜ ਰਹੇ ਸੀ, ਰਾਜੇ ਜਨਕ ਨੇ ਛੁਡਾ ਦਿੱਤੇ। ਗਵਾਲੀਅਰ ਦੇ ਕਿਲੇ ਵਿੱਚ 52 ਰਾਜੇ ਸੜ ਰਹੇ ਸੀ, ਗੁਰੂ ਹਰਗੋਬਿੰਦ ਸਾਹਿਬ ਨੇ ਛੁਡਾ ਦਿੱਤੇ। ਹਾਂਜੀ। ਕਹਿ ਉੱਡ ਬ੍ਰਿੰਦ ਕਰ ਓਜ ਕੋ ਬਿਲੰਦ ਰਾਹੋ। ਜਾਂ ਫਿਰ ਦੂਜੀ ਐਗਜ਼ਾਮਪਲ ਹੈ, ਕਹਿੰਦੇ ਤਾਰਿਆਂ ਸਮੇਤ, ਤਾਰਿਆਂ ਨੂੰ ਇੱਕ ਗ੍ਰਹਿਣ ਲੱਗਦਾ ਜਿਹਨੂੰ ਰਾਹੂ ਕਹਿੰਦੇ ਨੇ, ਰਾਹੂ ਗ੍ਰਹਿ। ਉਹ ਰਾਹੂ ਗ੍ਰਹਿ ਜਿਹੜਾ ਹੈ ਉਹ ਤਾਰਿਆਂ ਦੇ ਅੱਗੇ ਆ ਜਾਂਦਾ ਹੈ। ਬ੍ਰਹਮੰਡ ਦੇ ਵਿੱਚ, ਗਲੈਕਸੀ ਦੇ ਵਿੱਚ ਇੱਕ ਰਾਹੂ ਹੈ, ਇੱਕ ਰਾਹੂ ਹੈ, ਇੱਕ ਕੇਤੂ ਹੈ। ਕਹਿੰਦੇ ਉਹ ਤਾਰਿਆਂ ਦਾ ਰਾਹ ਰੋਕ ਲੈਂਦਾ, ਤਾਰਿਆਂ ਨੂੰ ਕੈਦ ਕਰ ਲੈਂਦਾ, ਤਾਰਿਆਂ ਨੂੰ ਫੜ ਲੈਂਦਾ ਹੈ। ਰੋਕੇ ਛੁੱਟ ਚੱਲੇ ਸਾਥ ਪੂਰਨ ਸੋ ਚੰਦ ਕੇ। ਤੇ ਉਹ ਚੰਦਰਮਾ ਨੂੰ ਵੀ ਲੱਗਦਾ, ਪਰ ਚੰਦਰਮਾ ਰਾਹੂ ਨੂੰ ਧੱਕਾ ਮਾਰ ਕੇ ਪਰੇ ਹੋ ਜਾਂਦਾ ਤੇ ਤਾਰਿਆਂ ਸਮੇਤ ਚੰਦਰਮਾ ਆਜ਼ਾਦ ਹੋ ਜਾਂਦਾ, ਤਾਰਿਆਂ ਨੂੰ ਵੀ ਆਜ਼ਾਦ ਕਰ ਦਿੰਦਾ ਤੇ ਰਾਹੂ ਕਲੰਕ ਨੂੰ ਲਾਹ ਦਿੰਦਾ। ਇੱਦਾਂ ਇਹ 52 ਰਾਜੇ ਤਾਰਿਆਂ ਦੀ ਤਰ੍ਹਾਂ ਜਹਾਂਗੀਰ ਦੀ ਕੈਦ ਵਿੱਚ ਸਨ। ਚੰਦਰਮਾ ਸਮਾਨ ਗੁਰੂ ਹਰਗੋਬਿੰਦ ਸਾਹਿਬ ਆਏ ਨੇ, ਤਾਰਿਆਂ ਨੂੰ ਵੀ ਆਜ਼ਾਦ ਕਰ ਦਿੱਤਾ ਤੇ ਆਪ ਵੀ ਆਜ਼ਾਦ ਹੋ ਗਏ ਨੇ। ਹਾਂਜੀ। ਕੈਦੋ ਘੇਰ ਆਨੀ ਨਾਰ ਸੁੰਦਰ ਮਹਾਨੀ। ਜਾਂ ਇੰਝ ਸਮਝ ਲਓ, ਕਹਿੰਦੇ ਬਹੁਤ ਸਾਰੀਆਂ ਸੁੰਦਰ ਇਸਤਰੀਆਂ, ਇੱਕ ਦੈਂਤ ਸੀਗਾ, ਉਹਨੇ ਇਕੱਠੀਆਂ ਕਰ ਲਈਆਂ ਸੰਭਰ ਦੈਂਤ ਨੇ ਵੀ ਮੈਂ ਜਦੋਂ 20,000 ਹੋ ਜਾਣਗੀਆਂ ਫਿਰ ਵਿਆਹ ਕਰਾਵਾਂਗਾ। 16,000 ਇਕੱਠੀਆਂ ਹੋ ਗਈਆਂ ਸੀ, 4,000 ਰਹਿੰਦੀਆਂ ਸੀ। ਭਗਵਾਨ ਕ੍ਰਿਸ਼ਨ ਜੀ ਨੇ ਜਾ ਕੇ ਸਾਰੀਆਂ ਜੇਲ੍ਹ ਚੋਂ ਛੁਡਾ ਦੀਆਂ, ਸੰਭਰ ਦੈਂਤ ਨੂੰ ਮਾਰ ਦਿੱਤਾ। ਹਾਂਜੀ। ਦੇਂਤ ਹਾਨੀ ਕਰ ਲੀਨ ਪਾਛ ਗਮਨੀ ਗੋਬਿੰਦ ਕੇ। ਉਹ 16,000 ਆਜ਼ਾਦ ਕਰਾ ਕੇ ਸੰਭਰ ਦੈਂਤ ਨੂੰ ਮਾਰ ਕੇ ਭਗਵਾਨ ਕ੍ਰਿਸ਼ਨ ਜੀ 16,000 ਉਹਨਾਂ ਇਸਤਰੀਆਂ ਨਾਲ ਵਿਆਹ ਕਰਾਇਆ ਸੀ। ਹਾਂਜੀ। ਤਿੰਨ ਕੇ ਮਨਿੰਦ ਆਜ ਸੋਭਤ ਮੁਕੰਦ ਮਹਾ। ਅੱਜ ਮਹਾਰਾਜ 6ਵੇਂ ਪਾਤਸ਼ਾਹ 52 ਰਾਜਿਆਂ ਨੂੰ ਛੁਡਾ ਕੇ ਇਸ ਤਰ੍ਹਾਂ ਗਵਾਲੀਅਰ ਦੇ ਕਿਲੇ ਚੋਂ ਬਾਹਰ ਆ ਰਹੇ ਨੇ। ਨਿਕਸੇ ਨਰਿੰਦ ਸੰਗ ਸ੍ਰੀ ਹਰਗੋਬਿੰਦ ਕੇ। ਕਵੀ ਜੀ ਬੜੇ ਸੋਹਣੇ ਛੰਦ ਵਰਤ ਰਹੇ। ਨਿਕਸੇ ਨਰਿੰਦ, ਰਾਜੇ ਨਿਕਲੇ ਨੇ ਨਾਲ, ਸੰਗ ਸ੍ਰੀ ਹਰਗੋਬਿੰਦ ਕੇ। ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਇਹ 52 ਰਾਜੇ ਗਵਾਲੀਅਰ ਦੇ ਕਿਲੇ ਚੋਂ ਇਉਂ ਆ ਰਹੇ ਨੇ ਬਾਹਰ। ਕੈਦੋਂ ਜਰਾ ਸਿੰਧ ਨੇ ਨਰਿੰਦ ਬ੍ਰਿੰਦ ਕੈਦ ਕਰੇ। ਕੈਦੋਂ ਜਰਾ ਸਿੰਧ ਨੇ ਨਰਿੰਦ ਬ੍ਰਿੰਦ ਕੈਦ ਕਰੇ, ਗਮ ਨੇ ਅਰਿੰਦ ਸੋ ਗੋਬਿੰਦ ਨੇ ਛੁਡਾਏ ਦੀਨ। ਕਹਿੰਦੇ ਜਿਵੇਂ ਜਰਾਸੰਧ ਰਾਜੇ ਨੇ ਸਾਰੇ ਰਾਜੇ ਕੈਦ ਕਰ ਲਏ ਸੀ, ਜੇਲ੍ਹ 'ਚ ਸੁੱਟੇ ਪਏ ਸੀ। ਭਗਵਾਨ ਕ੍ਰਿਸ਼ਨ ਜੀ ਨੇ ਜਰਾਸੰਧ ਨੂੰ ਮਾਰ ਕੇ ਉਹ ਸਾਰੇ ਰਾਜੇ ਕੈਦ ਚੋਂ ਛੁਡਾ ਲਏ ਸਨ। ਗਮ ਨੇ ਅਰਿੰਦ ਸੋ ਗੋਬਿੰਦ ਨੇ ਛੁਡਾਏ ਦੀਨ। ਕਹਿੰਦੇ ਸ੍ਰੀ ਕ੍ਰਿਸ਼ਨ ਜੀ ਨੇ ਉਹ ਸਾਰੇ ਰਾਜੇ ਜਰਾਸੰਧ ਦੀ ਕੈਦ ਚੋਂ ਛੁਡਾ ਦਿੱਤੇ। ਕੈਦੋ ਰੱਖ ਸ਼ਿੰਦਰ ਕੋ ਕੈਦੋ ਰੱਖ ਸ਼ਿੰਦਰ ਗਹਿ ਇੰਦਰ ਕੇ ਸਮੇਤ ਸੁਰ। ਜਾਂ ਫਿਰ ਇੰਝ ਸਮਝ ਲਓ, ਰਾਵਣ ਨੇ
ਦੇਵਤਿਆਂ ਦਾ ਰਾਜਾ ਇੰਦਰ ਤੇ ਬਾਕੀ ਦੇਵਤੇ ਲੰਕਾ 'ਚ ਲਿਆ ਕੇ ਕੈਦ ਕਰ ਲਏ ਸਨ। ਰਾਮਚੰਦ ਜਾਏ ਗੱਡ ਲੰਕ ਨਿਕਸਾਏ ਦੀਨ। ਸ੍ਰੀ ਰਾਮਚੰਦਰ ਨੇ ਜਾ ਕੇ ਲੰਕਾ ਫੂਕ ਦਿੱਤੀ ਸਾਰੀ। ਲੰਕਾ ਦਾ ਤਹਿਸ਼ ਨਹਿਸ਼ ਕਰਕੇ ਰਾਵਣ ਮਾਰ ਕੇ ਤੇ ਉਹ ਰਾਜੇ ਛੁਡਾ ਦਿੱਤੇ ਸਨ ਤੇ ਇੰਦਰ ਛੁਡਾ ਦਿੱਤਾ ਸੀ। ਬੱਲੀ ਜੋ ਪਾਰਸਨਾਥ ਰੋਕੇ ਨਰ ਨਾਥ ਜੀਤ। ਫਿਰ ਅਗਲੀ ਐਗਜ਼ਾਮਪਲ ਦਿੰਦੇ ਨੇ, ਕਹਿੰਦੇ ਪਾਰਸਨਾਥ ਹੋਇਆ ਸਾਧ ਸੰਗਤ ਜੀ ਇੱਕ, ਉਹਦੀ ਕਥਾ ਆਮ ਸੰਗਤ 'ਚ ਨਹੀਂ ਪ੍ਰਚਲਿਤ, ਪਰ ਸ੍ਰੀ ਦਸਮ ਗ੍ਰੰਥ ਸਾਹਿਬ ਵਿੱਚ 10ਵੇਂ ਪਾਤਸ਼ਾਹ ਨੇ ਲਿਖੀ ਹੈ ਪਾਰਸਨਾਥ ਦਾ ਪ੍ਰਸੰਗ। ਉਹ ਪਾਰਸਨਾਥ ਬੜਾ ਬਲੀ ਸੀ, ਉਹਨੇ ਵੀ ਸਾਰੇ ਰਾਜੇ ਬਲੀ ਦੇਣ ਵਾਸਤੇ ਕਹਿੰਦਾ ਸਾਰੀ ਧਰਤੀ ਦੇ ਰਾਜੇ ਇਕੱਠੇ ਕਰਕੇ ਮੈਂ ਉਹਨਾਂ ਦੀ ਬਲੀ ਦਿਆਂਗਾ। ਉਹ ਬਲੀ ਦੇਣ ਵਾਸਤੇ ਸਾਰੇ ਰਾਜੇ ਰੱਖੇ ਸਨ, ਕੈਦ ਕੀਤੇ ਹੋਏ ਸਨ। ਮਿਲ ਕੇ ਮਛਿੰਦਰਨਾਥ ਸਭ ਮੁਕਤਾਏ ਦੀਨ। ਪਰ ਮਛਿੰਦਰਨਾਥ ਜੋਗੀ ਨੇ ਪਾਰਸਨਾਥ ਨੂੰ ਇਹੋ ਜਿਹਾ ਉਪਦੇਸ਼ ਦਿੱਤਾ, ਕੋਈ ਰਾਜੇ ਦੀ ਬਲੀ ਨਹੀਂ ਹੋਣ ਦਿੱਤੀ, ਸਾਰੇ ਰਾਜੇ ਛੁਡਾ ਦਿੱਤੇ ਸਨ। ਸ੍ਰੀ ਹਰਗੋਬਿੰਦ ਆਜ ਤਿਨਹੋਂ ਕੇ ਮਨਿੰਦ ਕੀਨ। ਅੱਜ ਗੁਰੂ ਹਰਗੋਬਿੰਦ ਸਾਹਿਬ ਉਸੇ ਤਰ੍ਹਾਂ ਹੀ ਕੀਤਾ ਹੈ। ਸੰਗਲੇ ਮਹਿੰਦਰਨ ਕੋ ਦੁੱਖ ਤੇ ਬਚਾਏ ਦੀਨ। 52 ਰਾਜਿਆਂ ਨੂੰ ਅੱਜ ਛੁਡਾ ਲਿਆ। ਅੱਜ ਕੱਲ੍ਹ ਤਾਂ ਫਿਰ ਵੀ ਜੇਲ੍ਹਾਂ ਵਿੱਚ ਨਹਾਉਣ ਧੋਣ ਦੀਆਂ ਸਹੂਲਤਾਂ, ਖਾਣ ਪੀਣ ਦੀਆਂ ਅੱਗੇ ਨਾਲੋਂ ਬੜੀਆਂ ਠੀਕ ਹਨ। ਪੁਰਾਣੇ ਜ਼ਮਾਨੇ ਵਿੱਚ ਜੇਲ੍ਹ ਨੂੰ ਬਹੁਤ ਜ਼ਿਆਦਾ ਕਸ਼ਟਦਾਇਕ ਬਣਾਇਆ ਜਾਂਦਾ ਸੀ ਤਾਂ ਕਿ ਜਿਹੜਾ ਜੇਲ੍ਹ 'ਚ ਗਿਆ ਉਹਨੂੰ ਮਹਿਸੂਸ ਹੋਵੇ ਵੀ ਮੈਂ ਗਲਤੀ ਕੀਤੀ ਹੈ, ਮੈਂ ਅਪਰਾਧ ਕੀਤਾ, ਮੈਂ ਗੁਨਾਹ ਕੀਤਾ। ਸੋ ਜੇਲ੍ਹ ਤਾਂ ਜੇਲ੍ਹ ਹੈ, ਭਾਵੇਂ ਅੱਜ ਹੈ ਭਾਵੇਂ ਉਸ ਜ਼ਮਾਨੇ ਵਿੱਚ ਹੋਵੇ, ਪਰ ਉਸ ਜ਼ਮਾਨੇ ਵਿੱਚ ਅੱਜ ਨਾਲੋਂ ਕਸ਼ਟ ਵਧੇਰੇ ਹੁੰਦੇ ਸਨ। ਹਰ ਵੇਲੇ ਹੱਥ ਕੜੀ ਜਾਂ ਬੇੜੀ ਪਾ ਕੇ ਰੱਖਣਾ ਤੇ ਖਾਣ ਪੀਣ ਦੀਆਂ ਸਹੂਲਤਾਂ ਵੀ ਚੰਗੀਆਂ ਨਹੀਂ ਦੇਣੀਆਂ। ਨਹਾਉਣ ਧੋਣ ਦਾ ਵੀ ਸਿਸਟਮ ਮਾੜਾ ਸੀ। ਇਸ ਕਰਕੇ ਕੈਦੀਆਂ ਦੀ ਹਾਲਤ ਕਵੀ ਜੀ ਬਿਆਨ ਕਰ ਰਹੇ ਨੇ। 52 ਰਾਜਿਆਂ ਦੇ ਜੂੰਕ ਭਰੀ, ਸਿਰ 'ਚ ਜੂਆਂ ਪਈਆਂ ਹੋਈਆਂ ਹਨ, ਬਹੁ ਬਾਰ ਵਧੇ ਸਿਰ ਦੇ ਵਾਲ ਵਧੇ ਹੋਏ ਹਨ। ਰੁੱਖੇ ਵੱਡੇ ਨਾ ਲਹੀ ਚਕਨਾਈ। ਕੇਸ ਰੁੱਖੇ ਹਨ, ਕਈ ਸਾਲਾਂ ਤੋਂ ਸਿਰ ਨੂੰ ਤੇਲ ਲਾਉਣ ਦੇ ਵਾਸਤੇ ਨਹੀਂ ਮਿਲਿਆ। ਜੀਰਨ ਚੀਰ ਮਲੀਨ ਫਟੇ। ਕੱਪੜੇ ਪੁਰਾਣੇ ਹੋ ਕੇ ਫਟ ਗਏ ਹਨ। ਥਾਂ ਥਾਂ ਤੋਂ ਰਾਜਿਆਂ ਦੇ ਕੱਪੜੇ ਫਟੇ ਹੋਏ, ਬੋਦੇ ਪੁਰਾਣੇ ਹਨ। ਤਨ ਸਾਧਨ ਪੀ ਨਹ ਹੋਏ ਸਬਾਈ। ਇੰਨੇ ਪੁਰਾਣੇ ਬੋਦੇ ਪਾਟੇ ਕੱਪੜੇ ਰਾਜਿਆਂ ਦੇ ਕਿ ਚੰਗੀ ਤਰ੍ਹਾਂ ਉਹਨਾਂ ਦਾ ਸਰੀਰ ਵੀ ਢਕਿਆ ਨਹੀਂ ਜਾਂਦਾ। ਬੰਧਨ ਭਾਰ ਧਰੇ ਬਹੁ ਪਾਇਨ। ਪੈਰਾਂ ਨੂੰ ਬੇੜੀਆਂ ਪਾਈਆਂ ਹੋਈਆਂ ਨੇ, ਹੱਥਾਂ ਵਿੱਚ ਹੱਥ ਕੜੀਆਂ ਨੇ, ਗਲਾਂ ਵਿੱਚ ਲੋਹੇ ਦੇ ਤੋਕ ਕੜੇ ਪਾਏ ਹੋਏ ਨੇ। ਮੰਦ ਹੀ ਮੰਦ ਚੱਲਿਓ ਜਿਨ ਜਾਈ। ਉਹਨਾਂ ਕੜਿਆਂ ਕਰਕੇ, ਬੇੜੀਆਂ ਕਰਕੇ ਤੇਜ਼ ਤੁਰ ਨਹੀਂ ਸਕਦੇ, ਹੌਲੇ ਹੌਲੇ ਤੁਰਦੇ ਹਨ, ਹੌਲੇ ਹੌਲੇ ਪੈਰ ਪੁੱਟਦੇ ਹਨ। ਸ਼੍ਰੀ ਹਰਗੋਬਿੰਦ ਤੀਰ ਬਿਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮਹਾਨ ਧੀਰਜਵਾਨ ਸਤਿਗੁਰਾਂ ਤੋਂ ਬਿਨਾ ਕਹੋ ਕੌਣ ਕਰੈ ਦੁਖ ਤੇ ਛੁਟਕਾਈ। ਕਵੀ ਜੀ ਪੁੱਛਦੇ ਨੇ, ਦੱਸੋ ਕੌਣ ਹੈ ਕੋਈ ਇਹੋ ਜਿਹਾ ਜਿਹੜਾ ਇਹਨਾਂ ਨੂੰ ਛੁਟਕਾ ਲਵੇ? ਕੋਈ ਗੁਰੂ ਹਰਗੋਬਿੰਦ ਸਾਹਿਬ ਤੋਂ ਬਿਨਾ ਦੱਸੋ ਜਿਹੜਾ ਇਹਨਾਂ 52 ਰਾਜਿਆਂ ਦਾ ਖਹਿੜਾ ਛੁਡਾ ਦਿੰਦਾ? ਕੋਈ ਨਹੀਂ ਸੀ ਛੁਡਾ ਸਕਦਾ। ਇਹਦਾ ਬੰਦੀ ਛੋੜ ਦਾਤੇ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਜੀ ਮਹਾਰਾਜ ਹੀ ਹਨ। ਦੇਸ਼ ਵਿਸ਼ੇਸ਼ ਕੋ ਰਾਜ ਖੁਸਿਓ। ਸਾਧ ਸੰਗਤ ਜੀ, ਜਿਨ੍ਹਾਂ ਦਾ ਸਾਰੇ ਦੇਸ਼ਾਂ ਦਾ ਰਾਜ ਖੁੱਸ ਗਿਆ, ਰਿਆਸਤਾਂ ਖੁੱਸ ਗਈਆਂ, ਇਲਾਕੇ ਖੋਲੇ ਜਾਂਗੀਰ ਨੇ। ਸੁਤ ਭਰ ਜਾ ਆਦ ਹੈਤੂ ਨਹਿ ਪਾਸੀ। ਉਹਨਾਂ ਦੇ ਬੱਚੇ, ਉਹਨਾਂ ਦੀਆਂ ਘਰ ਵਾਲੀਆਂ, ਰਾਣੀਆਂ ਮਹਾਰਾਣੀਆਂ ਵਿਛੜ ਗਈਆਂ। ਕੋਈ ਸੱਜਣ ਮਿੱਤਰ ਦੋਸਤ ਪਾਸ ਨਹੀਂ ਰਿਹਾ। ਸਦਾ ਵਾਸਤੇ ਗਵਾਲੀਅਰ ਦੇ ਕਿਲੇ ਵਿੱਚ ਕੈਦੀ ਬਣਾ ਕੇ ਸਿੱਟ ਦਿੱਤੇ ਗਏ ਸਨ। ਦੀਹ ਮਹਾਦੁਰ ਗਿਓ ਬੜੋ ਡੜ। ਬੜਾ ਵੱਡਾ ਗਵਾਲੀਅਰ ਦਾ ਕਿਲਾ, ਬੜਾ ਮਜ਼ਬੂਤ ਕਿਲਾ, ਜਿਹਦੇ ਵਿੱਚੋਂ ਇਹਨਾਂ ਨੂੰ ਛੁਡਾਉਣ ਦੀ ਹਿੰਮਤ ਵੀ ਕੋਈ ਨਹੀਂ ਕਰ ਸਕਦਾ ਸੀ। ਜਾਏ ਨਾ ਕੋ ਗੱਡ ਮੈਂ ਬਲ ਰਾਸੀ। ਇਸ ਕਿਲੇ ਵਿੱਚ ਕੋਈ ਉੱਡ ਕੇ ਨਹੀਂ ਜਾ ਸਕਦਾ ਪੰਛੀ।
ਇਸ ਕਿਲੇ ਦੇ ਆਲੇ ਦੁਆਲੇ ਸਖਤ ਪਹਿਰੇ ਲੱਗੇ ਰਹਿੰਦੇ ਸਨ। ਹੀਨ ਉਪਾਏ ਰਹੇ ਦੁਖ ਪਾਏ ਜੋ। ਕਹਿੰਦੇ ਇਸ ਕਿਲੇ ਦੇ ਵਿੱਚ ਬਿਨਾਂ ਉਪਾਅ ਦੇ ਬੇਵਸ ਹੋ ਕੇ ਵਿਚਾਰੇ ਰਾਜੇ ਦੁਖੀ ਹੋ ਰਹੇ ਸਨ। ਜੋ ਛੂਟਨ ਤੇ ਨਿਤ ਤਾਰ ਨਿਰਾਸੀ। ਤੇ ਸਦਾ ਲਈ ਇਹ ਆਸ ਲਾ ਦਿੱਤੀ ਸੀ ਵੀ ਅਸੀਂ ਕਦੀ ਛੁੱਟਾਂਗੇ, ਛੁੱਟਣ ਵੱਲੋਂ ਨਿਰਾਸ਼ ਹੋ ਚੁੱਕੇ ਸਨ। ਆਸ ਮੁੱਕ ਗਈ ਸੀ। ਹੁਣ ਤਾਂ ਇਹੀ ਨਜ਼ਰ ਆਉਂਦਾ ਸੀ ਸਾਰੀ ਜ਼ਿੰਦਗੀ ਇਸ ਕਿਲੇ 'ਚ ਰਹਿਣਾ ਹੈ, ਇਸੇ ਕਿਲੇ 'ਚ ਹੀ ਮਰਨਾ ਹੈ, ਇਸੇ ਕਿਲੇ 'ਚ ਹੀ ਸਾਡਾ ਸੰਸਕਾਰ ਹੋਵੇਗਾ। ਸਾਡਾ ਸਰੀਰ ਵੀ, ਸਾਡੀ ਲਾਸ਼ ਵੀ, ਮੁਰਦਾ ਡੈਡ ਬਾਡੀ ਵੀ ਬਾਹਰ ਨਹੀਂ ਜਾ ਸਕੇਗੀ। ਹਾਂਜੀ, ਸ਼੍ਰੀ ਹਰਗੋਬਿੰਦ ਤੀਰ ਬਿਨਾ। ਕਵੀ ਜੀ ਪੁੱਛਦੇ ਨੇ, ਦੱਸੋ ਗੁਰੂ ਹਰਗੋਬਿੰਦ ਸਾਹਿਬ ਵਰਗਾ ਕੋਈ ਹੈ ਦੁਨੀਆ ਤੇ? ਉਹਨਾਂ ਤੋਂ ਬਿਨਾਂ ਕੌਣ ਹੈ ਜਿਹੜਾ ਇਹਨਾਂ ਨੂੰ ਛੁਡਾ ਲੈਂਦਾ? ਹਾਂਜੀ, ਕਹੋ ਕੌਣ ਕਰੈ ਅਸ ਬੰਦ ਖਲਾਸੀ। ਦੱਸੋ ਖਾਂ ਕੌਣ ਹੈ ਜਿਹੜਾ ਇਹਨਾਂ ਦੀ ਇਸ ਤਰ੍ਹਾਂ ਬੰਦ ਖਲਾਸੀ ਕਰਾ ਲੈਂਦਾ ਜਿਵੇਂ 6ਵੇਂ ਪਾਤਸ਼ਾਹ ਮਹਾਰਾਜ ਆਪਣੇ 52 ਕਲੀਆਂ ਵਾਲੇ ਚੋਲੇ ਨਾਲ ਕਰਾ ਰਹੇ ਹਨ। ਦੇਸ਼ ਵਿਦੇਸ਼ਨ ਜੀਤ ਭਲੇ। ਉਹ ਜਹਾਂਗੀਰ ਬਾਦਸ਼ਾਹ ਜਿਹਦਾ ਚੜ੍ਹਦੇ ਤੋਂ ਛਿਪਦੇ ਤੱਕ ਰਾਜ ਹੈ, ਦੇਸ਼ਾਂ ਵਿਦੇਸ਼ਾਂ ਨੂੰ ਜਿਸ ਨੇ ਜਿੱਤ ਲਿਆ ਹੈ। ਇੱਕ ਰਾਜ ਭਇਓ ਵੱਡ ਤੇਜ ਪ੍ਰਕਾਸ਼ੀ। ਚੁਗੱਤੇ ਮੁਗਲਾਂ ਦਾ ਰਾਜ ਇੱਕ ਛੱਤ ਰਾਜ ਹੋ ਗਿਆ ਹੈ। ਕਿੱਥੇ ਬੰਗਾਲ ਪੂਰਬ ਦੇ ਵਿੱਚ ਤੇ ਕਿਤੇ ਪੱਛਮ ਦੇ ਵਿੱਚ ਕਾਬਲ ਕੰਧਾਰ, ਕਿਤੇ ਉੱਤਰ ਦੇ ਵਿੱਚ ਜੰਮੂ ਕਸ਼ਮੀਰ ਤੇ ਦੱਖਣ ਦੇ ਵਿੱਚ ਕੰਨਿਆ ਕੁਮਾਰੀ ਤੱਕ ਵੱਡੇ ਵੱਡੇ ਰਾਜ, ਵੱਡੀਆਂ ਵੱਡੀਆਂ ਰਿਆਸਤਾਂ ਸਭ ਤਹਿਸ਼ ਨਹਿਸ਼ ਕਰ ਦਿੱਤੀਆਂ ਜਹਾਂਗੀਰ ਨੇ। ਨਾਹੇ ਰਹਿਓ ਅਵਨੀ ਤਲ ਕੋ ਅਸ। ਦੱਖਣ ਤੋਂ ਪੂਰਬ, ਦੱਖਣ ਪੂਰਬ ਉੱਤਰ ਪੱਛਮ ਸਾਰੇ ਇਲਾਕਿਆਂ ਵਿੱਚ ਇਹੋ ਜਿਹੀ ਕੋਈ ਰਿਆਸਤ ਨਹੀਂ ਰਹੀ ਜੋ ਰਣ ਠਾਨ ਕਰੈ ਬਲ ਨਾਸ਼ੀ। ਜਿਹੜੀ ਜਹਾਂਗੀਰ ਦੇ ਦਿੱਲੀ ਦਰਬਾਰ ਦਾ ਮੁਕਾਬਲਾ ਕਰ ਸਕੇ, ਜਿਹੜਾ ਕੋਈ ਸਾਹਮਣੇ ਉਭਾਸਰ ਸਕੇ, ਕੋਈ ਬੋਲ ਸਕੇ, ਕੋਈ ਖੰਘ ਵੀ ਸਕੇ। ਇਹਨਾਂ ਨਾਲ ਕੋਈ ਯੁੱਧ ਕਰਕੇ ਜਿੱਤ ਜਾਵੇ, ਕੋਈ ਉਮੀਦ ਨਹੀਂ ਰਹੀ। ਰਾਜਸਥਾਨ ਦੇ ਰਾਜਪੂਤ ਰਾਜੇ ਹਰਾ ਦਿੱਤੇ, ਦੱਖਣ ਦੇ ਮਰੱਠੇ ਹਰਾ ਦਿੱਤੇ, ਪਹਾੜੀ ਰਾਜਿਆਂ ਤੋਂ ਈਨਾ ਮਨਾ ਲਈਆਂ। ਬੰਗਾਲ, ਮਗਧ, ਬਿਹਾਰ ਸਾਰੇ ਇਲਾਕੇ ਫਤਿਹ ਕਰ ਲਏ। ਦੀਹ ਵਧਿਓ ਤੁਰਕੇਸ਼ ਪ੍ਰਤਾਪ। ਜਹਾਂਗੀਰ ਦਾ ਪ੍ਰਤਾਪ ਸਾਰੇ ਪਾਸੇ, ਅਫਗਾਨਿਸਤਾਨ ਤੱਕ ਉਹਦੇ ਰਾਜ ਦੀਆਂ ਹੱਦਾਂ ਹਨ। ਗਹੇ ਰਿਪਤਾਹੇ ਨ ਸ਼ੋਰਨ ਆਸੀ। ਕਹਿੰਦੇ ਕੋਈ ਦੁਸ਼ਮਣ ਉਹਦੇ ਸਾਹਮਣੇ ਖੰਘ ਨਹੀਂ ਸਕਦਾ। ਉਸ ਬਾਦਸ਼ਾਹ ਜਹਾਂਗੀਰ ਨੇ ਇਹ 52 ਰਾਜੇ ਕੈਦ ਕੀਤੇ ਸਨ। ਕੋਈ ਨਾ ਰਾਜਿਆਂ ਨੂੰ ਛੁਡਾ ਨਹੀਂ ਸੀ ਸਕਦਾ ਜਹਾਂਗੀਰ ਕੋਲੋਂ। ਸ਼੍ਰੀ ਹਰਗੋਬਿੰਦ ਤੀਰ ਬਿਨਾ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਮੀਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਤੋਂ ਬਿਨਾਂ ਕਹੋ ਕੌਣ ਕਰੈ ਅਸ ਬੰਦ ਖਲਾਸੀ। ਦੱਸੋ ਕੌਣ ਹੈ ਜਿਹੜਾ ਇਹਨਾਂ ਦੀ ਬੰਦ ਖਲਾਸੀ ਕਰ ਦਿੰਦਾ? ਕੌਣ ਹੈ ਜੋ ਛੁਡਾ ਲੈਂਦਾ ਇਹਨਾਂ ਨੂੰ? ਦੋਹਰਾ ਪਰਵਾਰਤ ਖਸ ਫਸ ਮਹਾ। ਇਸ ਤਰ੍ਹਾਂ ਮਹਾਰਾਜ 52 ਰਾਜਿਆਂ ਨੂੰ ਨਾਲ ਲੈ ਕੇ ਤੁਰ ਪਏ ਨੇ, ਕਿਉਂਕਿ ਚੋਲੇ ਦੀਆਂ ਕਲੀਆਂ ਨਾਲ ਨਾਲ ਹੁੰਦੀਆਂ ਨੇ। 50 ਕਲੀਆਂ ਵਾਲਾ ਚੋਲਾ ਹੈ, 2 ਅੱਗੇ ਤਣੀਆਂ ਹਨ। ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਫੜੀ ਹੋਈ ਹੈ। ਇੱਕ ਦੂਜੀ ਦੇ ਨਾਲ ਫਸ ਫਸ ਕੇ ਤੁਰਦੇ ਹੌਲੇ ਹੌਲੇ। ਪੈਰਾਂ 'ਚ ਬੇੜੀਆਂ ਨੇ, ਅਜੇ ਬੇੜੀਆਂ ਖੁੱਲ੍ਹੀਆਂ ਨਹੀਂ। ਜਿੰਨਾ ਚਿਰ ਦਰਵਾਜ਼ੇ ਤੋਂ ਬਾਹਰ ਨਹੀਂ ਨਿਕਲਦੇ ਉਹਨਾਂ ਚਿਰ ਬੇੜੀਆਂ ਨਹੀਂ ਖੁੱਲ੍ਹ ਸਕਦੀਆਂ ਇਹਨਾਂ ਦੀਆਂ। ਜਿੰਨਾ ਚਿਰ ਅੰਦਰ ਰਹਿਣਾ ਬੇੜੀ ਲੱਗੀ ਰਹੇਗੀ। ਬੇੜੀਆਂ ਵੀ ਲੱਗੀਆਂ ਨੇ ਤੇ ਹੱਥਾਂ ਵਿੱਚ ਹੱਥ ਕੜੀਆਂ ਵੀ ਨੇ। ਬੜੀ ਮੁਸ਼ਕਲ ਨਾਲ ਚੋਲੇ ਦੀਆਂ ਕਲੀਆਂ ਘੁੱਟ ਕੇ ਫੜੀਆਂ ਹੋਈਆਂ ਨੇ। ਇੱਕ ਰਾਜੇ ਦੇ ਨਾਲ ਦੂਜਾ ਰਾਜਾ ਖਹਿ ਰਿਹਾ ਹੈ। ਖਸ ਖਸ ਕੇ, ਖਹਿ ਖਹਿ ਕੇ ਆਪਸ ਵਿੱਚ ਤੁਰਦੇ ਨੇ ਹੌਲੇ ਹੌਲੇ। ਮਹਾਰਾਜ ਉਹਨਾਂ ਸਾਰਿਆਂ ਰਾਜਿਆਂ ਦੇ ਵਿਚਕਾਰ ਸੋਭਾ ਪਾ ਰਹੇ ਨੇ 6ਵੇਂ ਪਾਤਸ਼ਾਹ। ਹਾਂਜੀ, ਮਹੀਪਾਲ ਤਿਸ ਕਾਲ। 52 ਰਾਜੇ ਆਲੇ ਦੁਆਲੇ ਗੁਰੂ ਸਾਹਿਬ ਦੇ ਚੋਲੇ ਦੀਆਂ ਕਲੀਆਂ ਫੜ ਕੇ ਤੁਰੀ ਆਉਂਦੇ ਨੇ। ਦੁਰਗ ਪੌਰਨਿਕ ਸੇ ਗੁਰੂ। ਹੌਲੇ ਹੌਲੇ ਤੁਰਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲੇ ਨੇ।
ਕੌਤਕ ਹੋਤ ਵਿਸਾਲ। ਬਾਹਰ ਬੜੇ ਵਾਜੇ ਗਾਜੇ ਵੱਜ ਰਹੇ ਨੇ, ਹਜ਼ਾਰਾਂ ਸੰਗਤਾਂ ਉਡੀਕ ਰਹੀਆਂ ਨੇ, ਜੈ ਜੈਕਾਰ ਹੋ ਰਹੀ ਹੈ। ਗੁਰੂ ਹਰਗੋਬਿੰਦ ਸਾਹਿਬ ਦੇ ਨਾਮ ਦੇ ਜੈਕਾਰੇ ਲੱਗ ਰਹੇ ਨੇ। ਜੋ ਪਈ ਲੋਕ ਹਜ਼ਾਰਾਂ ਹੇਰਨ ਹੇਤ। ਹਜ਼ਾਰਾਂ ਲੋਕ ਮਹਾਰਾਜ ਸਾਹਿਬ ਜੀ ਦਾ ਦਰਸ਼ਨ ਕਰਨ ਵਾਸਤੇ ਖੜੇ ਨੇ। ਮਿਲੇ ਆਏ ਹੋਏ ਸ਼ਿਗਰ ਸਮੇਤ। ਔਰ ਸਾਧ ਸੰਗਤ ਜੀ ਸਭ ਆ ਕੇ ਇਕੱਠੇ ਹੋ ਗਏ ਨੇ। ਜਿਨ੍ਹਾਂ ਨੂੰ ਪਤਾ ਲੱਗਿਆ ਵੀ ਅੱਜ ਗੁਰੂ ਜੀ ਬਾਹਰ ਆ ਰਹੇ ਨੇ, ਚਲੋ ਚੱਲ ਕੇ ਦਰਸ਼ਨ ਕਰੀਏ। ਭਈ ਦੂਰ ਲਗ ਪੰਗਤ ਖਰੀ। ਦੂਰ ਦੂਰ ਤਾਈਂ ਸੰਗਤਾਂ ਦੀਆਂ ਪੰਗਤਾਂ ਲੈਣਾ ਲੱਗੀਆਂ ਹੋਈਆਂ ਨੇ। ਸੱਜੇ ਪਾਸੇ ਵੀ ਸੜਕ ਦੇ ਸੰਗਤਾਂ ਖੜੀਆਂ ਨੇ, ਖੱਬੇ ਪਾਸੇ ਵੀ ਖੜੀਆਂ ਨੇ। ਹਾਂਜੀ, ਗੁਰ ਦਰਸ਼ਨ ਲੈ ਬੰਧਨ ਕਰੀ। ਗੁਰੂ ਹਰਗੋਬਿੰਦ ਸਾਹਿਬ ਨੂੰ ਵੇਖ ਕੇ ਮੱਥਾ ਟੇਕਦੇ ਹਨ। ਉਚ ਰਹਿ ਜਸ ਮਹਾ ਤਿਸ ਕਾਲਾ। ਸਾਰੇ ਗੁਰੂ ਹਰਗੋਬਿੰਦ ਸਾਹਿਬ ਦਾ ਜਸ ਕਰ ਰਹੇ ਨੇ। ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ, ਧੰਨ ਗੁਰੂ ਹਰਗੋਬਿੰਦ ਸਾਹਿਬ। ਧੰਨ 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 ਹੀ ਹੋ ਰਹੀ ਹੈ। ਹਾਂਜੀ, ਬੰਦ ਖਲਾਸੀ ਜਾਨ ਨਿਰਪਾਲਾ। ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਨੇ ਰਾਜਿਆਂ ਦੀ ਬੰਦ ਖਲਾਸੀ ਕਰਾਈ ਹੈ। ਤੁਮ ਬਿਨ ਕੌਣ ਕਰੇ ਅਸ ਕਾਜ। ਏ ਗੁਰੂ ਜੀ, ਤੁਹਾਡੇ ਤੋਂ ਬਿਨਾਂ ਕੌਣ ਹੈ ਜਿਹੜਾ ਇਹੋ ਜਿਹਾ ਪਰਉਪਕਾਰ ਕਰ ਸਕਦਾ। ਬੰਦੀ ਛੋੜ ਸਤਿਗੁਰੂ, ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰਿਆ ਲੀਣਾ। ਸਤਿਗੁਰੂ ਬੰਧਨ ਕੱਟਣ ਵਾਲੇ ਹਨ। ਬਿਰਧ ਸੰਭਾਰ ਗਰੀਬ ਨਿਵਾਜ। ਆਪਣੇ ਬਿਰਧ ਦੀ ਸੰਭਾਲ ਕੀਤੀ ਹੈ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ। ਬਸਤਰ ਵਿਭੂਖਣ ਸ਼ਸਤਰ ਸਜੰਤੇ। ਮਹਾਰਾਜ ਬਸਤਰ ਸ਼ਸਤਰ ਪਹਿਨੇ ਹੋਏ ਹਨ। ਦੀਲ ਵਿਸਾਲ ਚਲਤ ਦਤਵੰਤੇ। ਬੜੇ ਸੁੰਦਰ ਸਰੂਪ ਛੇਵੇਂ ਪਾਤਸ਼ਾਹ, ਬੜੀ ਸੁੰਦਰ ਡੀਲ ਡੋਲ। 52 ਰਾਜਿਆਂ ਵਿੱਚੋਂ ਸਭ ਤੋਂ ਉੱਚੇ ਲੰਮੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋ ਰਹੇ ਹਨ। ਨਿਕਸ ਦੁਰਗ ਤੇ ਬਾਹਰ ਖਰੇ। ਸਾਧ ਸੰਗਤ ਜੀ, ਮਹਾਰਾਜ 52 ਰਾਜਿਆਂ ਸਮੇਤ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲੇ ਹਨ ਅਤੇ ਬਾਹਰ ਆ ਖੜੇ ਹੋਏ ਹਨ। ਤਬ ਹੈ ਲੋਹਾਰ ਕਾਰਨ ਕਰੇ। ਉਸ ਵੇਲੇ ਗੁਰੂ ਸਾਹਿਬ ਨੇ ਹੁਕਮ ਦਿੱਤਾ ਲੋਹਾਰਾਂ ਨੂੰ। ਲੋਹਾਰ ਆ ਗਏ ਹਨ। ਸਭ ਕੇ ਪੱਗ ਬੰਧਨ ਕਟਵਾਏ। ਔਰ ਕਹਿੰਦੇ ਜਿਨ੍ਹਾਂ ਦੇ ਪੈਰਾਂ 'ਚ ਬੇੜੀਆਂ ਸਨ, ਹੱਥ ਕੜੀਆਂ ਸਨ, ਉਹ ਮਹਾਰਾਜ ਨੇ ਕਟਵਾ ਦਿੱਤੀਆਂ ਹਨ। ਹੋਏ ਨਿਰਬੰਧ ਮਹਿ ਹਰ ਖਾਏ। ਕਹਿੰਦੇ ਸਾਰੇ ਕੈਦੀਆਂ ਦੀਆਂ ਹੱਥ ਕੜੀਆਂ ਬੇੜੀਆਂ ਕਟਵਾ ਕੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰਿਆਂ ਨੂੰ ਮੁਕਤ ਕਰ ਦਿੱਤਾ, ਆਜ਼ਾਦ ਕਰ ਦਿੱਤਾ। ਜਦੋਂ ਰਾਜਿਆਂ ਦੇ ਬੰਧਨ ਕੱਟੇ ਗਏ, ਰਾਜੇ ਬੜੇ ਖੁਸ਼ ਹੋਏ ਹਨ। ਜਿਮ ਸਿੱਖਿਆ ਪਰ ਕਿਰਪਾ ਧਾਰਾ। ਜਿਵੇਂ ਮਹਾਰਾਜ ਆਪਣੇ ਸਿੱਖਾਂ ਤੇ ਕਿਰਪਾ ਕਰਦੇ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਹਾਂਜੀ, ਕਰਮ ਬੰਧ ਤਤ ਛਿਨ ਕੱਟ ਡਾਰੈ। ਕਹਿੰਦੇ ਇਸ ਤਰ੍ਹਾਂ ਮਹਾਰਾਜ ਜਿਵੇਂ ਗਵਾਲੀਅਰ ਦੇ ਕਿਲੇ ਵਿੱਚੋਂ ਅੱਜ 52 ਰਾਜਿਆਂ ਦੇ ਬੰਧਨ ਕੱਟੇ ਨੇ, ਆਪਣੇ ਸਿੱਖਾਂ ਦੇ ਕਰਮਾਂ ਦੇ ਵੀ ਬੰਧਨ ਕੱਟ ਦਿੰਦੇ ਨੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਸਾਨੂੰ ਸਾਰਿਆਂ ਨੂੰ ਸਾਡੇ ਕਰਮਾਂ ਦੇ ਹੀ ਬੰਧਨ ਪਏ ਹੋਏ ਨੇ। ਜੀ ਕਾ ਬੰਧਨ ਕਰਮ ਵਿਆਪੈ। ਜੋ ਅਸੀਂ ਪਿਛਲੇ ਜਨਮਾਂ 'ਚ ਕੀਤਾ ਹੈ, ਜੋ ਅਸੀਂ ਇਸ ਜਨਮ 'ਚ ਕੀਤਾ ਹੈ, ਔਰ ਜੋ ਅਸੀਂ ਅੱਜ ਕਰ ਰਹੇ ਹਾਂ, ਜੋ ਅੱਗੇ ਕਰਾਂਗੇ, ਉਹ ਸਾਡੇ ਬੰਧਨ ਹਨ। ਕੀਤੇ ਹੋਏ ਕਰਮ ਭਾਵੇਂ ਉਹ ਚੰਗੇ ਹੋਣ, ਭਾਵੇਂ ਉਹ ਮਾੜੇ ਹੋਣ, ਬੰਧਨ ਬਣ ਕੇ ਪੈਂਦੇ ਹਨ ਜੀਵ ਨੂੰ। ਤੇ ਗੁਰੂ ਸਾਹਿਬ ਉਹਨਾਂ ਬੰਧਨਾਂ ਨੂੰ, ਕਰਮਾਂ ਦੇ ਬੰਧਨਾਂ ਨੂੰ ਕੱਟਣ ਵਾਲੇ ਹਨ। ਤਿਮ ਲੋਕਨ ਦ੍ਰਿਸ਼ਟਾਂਤ ਦਿਖਾਇਓ। ਗੁਰੂ ਸਾਹਿਬ ਨੇ ਵੈਸੇ ਤਾਂ ਸਿੱਖਾਂ ਦੇ ਬੰਧਨ ਤਾਂ ਹਰ ਵੇਲੇ ਕੱਟਦੇ ਹੀ ਰਹਿੰਦੇ ਹਨ, ਉਹਨਾਂ ਨੂੰ ਆਜ਼ਾਦ ਕਰਦੇ ਹਨ, ਸਿੱਖਾਂ ਨੂੰ ਮੁਕਤ ਕਰਦੇ ਹਨ। ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਬੜ ਭਾਗੀ ਹੈ। ਪਰ ਮਹਾਰਾਜ ਨੇ ਆਹ ਕੌਤਕ ਕਰਕੇ ਤਾਂ ਆਪਣੇ ਸਿੱਖਾਂ ਨੂੰ ਦ੍ਰਿਸ਼ਟਾਂਤ ਦਿਖਾਤਾ। ਦ੍ਰਿਸ਼ਟਾਂਤ ਦਿਖਾਤਾ ਪ੍ਰਤੱਖ, ਬਈ ਦੇਖੋ ਇੱਦਾਂ ਅਸੀਂ ਆਪਣੇ ਸਿੱਖਾਂ ਦੇ ਬੰਧਨ ਕੱਟਦੇ ਹਾਂ ਜਿਵੇਂ ਆ 52 ਰਾਜਿਆਂ ਦੇ ਕੱਟੇ ਹਨ। ਜੋ ਚੱਲ ਸਤਿਗੁਰ ਸ਼ਰਣੀ ਆਇਓ। ਜਿਹੜਾ ਵੀ ਚੱਲ ਕੇ ਗੁਰੂ ਕੀ ਸ਼ਰਨ ਆਇਆ ਹੈ,
ਨਿਹਾਲ 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 ਹੋ ਗਿਆ ਹੈ। ਸੋ ਨਿਰਬੰਧਨ ਹੋਏ ਮੁਦ ਪਾਵੈ। ਕਹਿੰਦੇ ਉਹ ਸਾਰੇ ਪ੍ਰਸੰਨ ਹੋ ਗਏ, ਗੁਰੂ ਸਾਹਿਬ ਤੋਂ ਦਰਸ਼ਨ ਕਰਕੇ ਨਿਹਾਲ ਹੋ ਗਏ। ਜਿਹੜਾ ਵੀ ਆਇਆ ਦਰਸ਼ਨ ਕਰਕੇ ਨਿਹਾਲ ਹੋ ਗਿਆ। ਬਦਿਅਤ ਹੋਏ ਨ ਆਵੈ ਜਾਵੈ। ਬੇਟੇ ਪੜੀ ਬਦਿਅਤ ਹੋਏ ਨ ਆਵੈ ਜਾਵੈ। ਕਹਿੰਦੇ ਫਿਰ ਉਹਦਾ ਆਉਣ ਜਾਣ ਦਾ ਬੰਧਨ ਕੱਟਿਆ ਜਾਂਦਾ ਹੈ। ਦੇਖ ਕਿਰਪਾ ਨਿਧ ਕੀ ਵਡਿਆਈ। ਗੁਰੂ ਹਰਗੋਬਿੰਦ ਸਾਹਿਬ ਕਿਰਪਾ ਦੇ ਸਾਗਰ, ਮੇਰਾਂ ਦੇ ਸਾਈਂ, ਉਹਨਾਂ ਦੀ ਮਹਿਮਾ, ਉਹਨਾਂ ਦੀ ਵਡਿਆਈ, ਉਹਨਾਂ ਦੀ ਸੋਭਾ ਕੋਈ ਕਹਿ ਨਹੀਂ ਸਕਦਾ। ਅੱਜ ਉਹਨਾਂ ਦੀ ਸੋਭਾ ਪ੍ਰਤੱਖ ਹੋਈ ਹੈ ਜਦੋਂ ਸਤਿਗੁਰੂ ਬੰਦੀ ਛੋੜ 52 ਰਾਜਿਆਂ ਨੂੰ ਲੈ ਕੇ ਗਵਾਲੀਅਰ ਦੇ ਕਿਲੇ ਤੋਂ ਬਾਹਰ ਨਿਕਲੇ ਹਨ। ਤਬ ਹਰਦਾਸ ਮੋਦ ਉਰ ਪਾਈ। ਉਹ ਜਿਹੜਾ ਜੇਲ੍ਹ ਦਾ ਦਰੋਗਾ ਸੀਗਾ, ਜਿਹਦਾ ਨਾਮ ਸੀ ਭਾਈ ਹਰਦਾਸ, ਗਵਾਲੀਅਰ ਦੇ ਕਿਲੇ ਦਾ ਦਰੋਗਾ, ਬੜਾ ਹੀ ਖੁਸ਼ ਹੋਇਆ, ਬੜਾ ਹੀ ਪ੍ਰਸੰਨ ਹੋਇਆ ਹੈ। ਰਹੋ ਸੰਗ ਮੈਂ ਨਾਹਿ ਨ ਤਿਆਗਾਂ। ਕਹਿਣ ਲੱਗਾ, ਗੁਰੂ ਜੀ ਹੁਣ ਮੈਨੂੰ ਵੀ ਨਾਲ ਲੈ ਕੇ ਚੱਲੋ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। 52 ਰਾਜੇ ਤਾਂ ਗੁਰੂ ਸਾਹਿਬ ਨੂੰ ਕਹਿੰਦੇ ਹੀ ਆ ਵੀ ਸਾਨੂੰ ਨਾਲ ਲੈ ਚੱਲੋ। ਉਸ ਕਿਲੇ ਦਾ ਦਰੋਗਾ ਕਹਿੰਦਾ ਮੈਂ ਵੀ ਨਾਲ ਹੀ ਜਾਣਾ, ਮੈਂ ਵੀ ਹੁਣ ਸੱਚੇ ਪਾਤਸ਼ਾਹ ਤੁਹਾਡੀ ਸੰਗਤ ਨਹੀਂ ਛੱਡਣੀ। ਸਫਲ ਜਨਮ ਗੁਰ ਸੇਵਾ ਲਾਗਾਂ। ਮਹਾਰਾਜ ਤੁਹਾਡੀ ਸੇਵਾ ਕਰਕੇ ਆਪਣਾ ਜਨਮ ਸਫਲਾ ਕਰਾਂਗਾ। ਫਾਦਰੀ ਸ਼ੰਦ ਹਰਦਾਸ ਹੇਰ ਕਰੁਣਾ ਨਿਦਾਨ। ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ ਹਰਦਾਸ ਨੇ ਬੇਨਤੀ ਕੀਤੀ। ਹਾਂਜੀ, ਚਿਤ ਚਾਹਤ ਦਿਓ ਆਨੰਦ ਮਹਾਨ। ਕਹਿਣ ਲੱਗਾ, ਮਹਾਰਾਜ ਮੇਰਾ ਚਿੱਤ ਇਹੀ ਚਾਹੁੰਦਾ ਹੈ ਵੀ ਮੈਨੂੰ ਹੋਰ ਖੁਸ਼ੀਆਂ ਦਿਓ, ਆਪਣੀ ਸੰਗਤ ਬਖਸ਼ੋ, ਆਪਣੀ ਸੁਹਬਤ ਬਖਸ਼ੋ, ਆਪਣੇ ਚਰਨਾਂ 'ਚ ਥਾਂ ਬਖਸ਼ੋ। ਸੱਚੇ ਪਾਤਸ਼ਾਹ ਜੀ ਮੈਨੂੰ ਆਪਣਾ ਦਾਸ ਬਣਾ ਕੇ ਰੱਖੋ। ਤਬ ਕਹਿਓ ਜਿਤਕ ਕੈਦੀ ਨਿਰਪਾਲ। ਮਹਾਰਾਜ ਕਹਿਣ ਲੱਗੇ ਵੀ ਇਸ ਤਰ੍ਹਾਂ ਕਰੋ, ਜਿਹੜੇ ਰਾਜੇ ਕੈਦੀ ਹਨ ਸਭ ਲੇਹੋ ਸੰਗ ਅਬ ਪੰਥ ਚਾਲ। ਹੇ ਭਾਈ ਹਰਦਾਸ ਜੀ, ਇਹਨਾਂ 52 ਰਾਜਿਆਂ ਨੂੰ ਤੁਸੀਂ ਨਾਲ ਲੈ ਲਓ ਤੇ ਤੁਸੀਂ ਹੌਲੇ ਹੌਲੇ ਚੱਲ ਕੇ ਦਿੱਲੀ ਆ ਜਾਓ। ਹਮ ਤੇ ਸੋ ਜਦੋਂ ਹੋਏ ਕਰ ਪਿਆਨ। ਅਸੀਂ ਹੁਣ ਛੇਤੀ ਜਾਣਾ ਹੈ, ਅਸੀਂ ਬਾਦਸ਼ਾਹ ਨੂੰ ਜਾ ਕੇ ਦਰਸ਼ਨ ਕਰ ਦੇਣੇ ਆ ਛੇਤੀ ਨਾਲ, ਕਿਉਂਕਿ ਉੱਥੇ ਗੁਰੂ ਸਾਹਿਬ ਨੇ ਜਾ ਕੇ ਦੁਸ਼ਟ ਚੰਦੂ ਨੂੰ ਉਹਦੇ ਕਰਮਾਂ ਦੀ ਸਜ਼ਾ ਦੇਣੀ ਹੈ ਨਾ। ਇਸ ਕਰਕੇ ਮਹਾਰਾਜ ਕਹਿੰਦੇ ਸਾਨੂੰ ਤਾਂ ਹੁਣ ਛੇਤੀ ਜਾਣਾ ਪਵੇਗਾ, ਦਿੱਲੀ ਜਾਣਾ ਪਵੇਗਾ। ਭਾਈ ਹਰਦਾਸ ਤੂੰ ਇਸ ਤਰ੍ਹਾਂ ਕਰ, ਇਹਨਾਂ 52 ਰਾਜਿਆਂ ਨੂੰ ਨਾਲ ਲੈ ਕੇ ਹੌਲੇ ਹੌਲੇ 2-4 ਦਿਨ ਲੱਗਣਗੇ, ਤੂੰ ਵੀ ਦਿੱਲੀ ਆ ਜਾ। ਹਾਂਜੀ, ਨਿਰਪ ਸਨੇ ਸਨੇ ਚੱਲ ਹੈ ਮਹਾਨ। ਇਹ ਰਾਜੇ ਹੌਲੇ ਹੌਲੇ ਚੱਲਣਗੇ ਕਿਉਂਕਿ ਵਿਚਾਰੇ ਕਿੰਨੇ ਸਮੇਂ ਤੋਂ ਜੇਲ੍ਹਾਂ ਵਿੱਚ ਕੈਦ ਕੱਟ ਰਹੇ ਹਨ, ਸਰੀਰ ਇਹਨਾਂ ਦੇ ਕਮਜ਼ੋਰ ਹਨ, ਇਹ ਸਫ਼ਰ ਛੇਤੀ ਨਹੀਂ ਮੁਕਾ ਸਕਦੇ ਤੇ ਇਹ ਤੇਰੇ ਨਾਲ ਆ ਜਾਣਗੇ। ਹਮ ਕਰਹਿ ਸ਼ੀਘਰਤਾ ਮਗ ਵਿਸਾਲ। ਅਸੀਂ ਹੁਣ ਛੇਤੀ ਨਾਲ ਜਾਣਾ, ਘੋੜੇ ਤੇ ਚੜ੍ਹ ਕੇ ਜਾਣਾ ਹੈ, ਜਿੰਨਾ ਛੇਤੀ ਹੋਵੇ ਅਸੀਂ ਗਵਾਲੀਅਰ ਤੋਂ ਦਿੱਲੀ ਪਹੁੰਚਣਾ, 1-2 ਦਿਨਾਂ 'ਚ ਅਸੀਂ ਪਹੁੰਚ ਜਾਵਾਂਗੇ। ਹਾਂਜੀ, ਔਰ ਸ਼ਾਹ ਪ੍ਰਤੀਖਤ ਬਿਤਿਆ ਕਾਲ। ਬਾਦਸ਼ਾਹ ਸਾਨੂੰ ਉਡੀਕ ਰਿਹਾ, ਬਹੁਤ ਸਮਾਂ ਹੋ ਗਿਆ। ਹਾਂਜੀ, ਇਮ ਕਹਿਓ ਪੁਨਹ ਕੀਨੋ ਪਿਆਨ। ਇਸ ਤਰ੍ਹਾਂ ਕਹਿ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਪਿਆਨਾ ਕੀਤਾ। ਚੜ੍ਹ ਕਰ ਤੋ ਰੰਗ ਮਹਾਨ। ਮਹਾਰਾਜ ਘੋੜੇ ਤੇ ਚੜ੍ਹ ਕੇ ਚੱਲ ਪਏ ਹਨ। ਤਬ ਖਾਂ ਵਜ਼ੀਰ ਨਿਜ ਸੰਗ ਲੀਨ। ਵਜ਼ੀਰ ਖਾਂ ਨੂੰ ਮਹਾਰਾਜ ਨੇ ਆਪਣੇ ਨਾਲ ਲੈ ਲਿਆ। ਮੁਖ ਕਰਤ ਬਾਰਤਾ ਗੁਰ ਪਰਬੀਨ। ਵਜ਼ੀਰ ਖਾਂ ਵੀ ਘੋੜੇ ਤੇ ਸਵਾਰ ਹੈ, ਮਹਾਰਾਜ ਘੋੜੇ ਤੇ ਸਵਾਰ, ਨਾਲ ਭਾਈ ਵਿਧੀ ਚੰਦ, ਭਾਈ ਜੇਠਾ, ਭਾਈ ਲੰਗਾ ਜੀ, ਭਾਈ ਪੁਰਾਣਾ ਜੀ, ਭਾਈ ਪੈੜਾ ਜੀ, ਇਹ ਸਨੇ ਸਨੇ ਗਵਾਲੀਅਰ ਤੋਂ ਦਿੱਲੀ ਵੱਲ ਆ ਰਹੇ ਹਨ। ਸਭ ਸਿੱਖ ਆਦ ਜੇਠੇ ਆਨੰਦ। ਭਾਈ ਜੇਠਾ ਜੀ, ਭਾਈ ਪੁਰਾਣਾ ਜੀ ਆਦਿਕ ਸਿੱਖ ਬੜੇ ਖੁਸ਼ ਹਨ ਵੀ ਸਾਡੀ ਘਾਲਣਾ ਸਫਲੀ ਹੋ ਗਈ। ਗੁਰੂ ਮਹਾਰਾਜ ਗਵਾਲੀਅਰ ਦੇ ਕਿਲੇ ਤੋਂ ਬਾਹਰ ਆ ਗਏ ਹਨ। ਹਾਂਜੀ, ਗਮਨੇ ਸੋਲਾਰ ਕੁਲ ਸੋਢ ਚੰਦ। ਸੋਢੀ ਕੁਲ ਦੀਪਕ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਲ ਨਾਲ
ਇਹ 5 ਸਿੱਖ ਘੋੜਿਆਂ ਤੇ ਸਵਾਰ ਹੋ ਕੇ ਆ ਰਹੇ ਹਨ। ਤਰ ਸ਼ਾਸਤਰ ਸ਼ੋਭਤ ਜਿਮ ਮਹਿਦ ਸਿੰਘ। ਮਹਾਰਾਜ ਸੱਚੇ ਪਾਤਸ਼ਾਹ ਬੱਬਰ ਸ਼ੇਰ ਵਰਗੇ ਹਨ, ਮੀਰੀ ਪੀਰੀ ਦੇ ਮਾਲਕ। ਸ਼ਸਤਰ ਦੋਵੇਂ ਪਾਸੇ ਮੀਰੀ ਪੀਰੀ ਦੀਆਂ ਤੇਗਾਂ, ਕਮਰ ਕਸੇ 'ਚ ਕਟਾਰ, ਬਿਸ਼ੂਆ, ਖੰਜਰ, ਬੁਗਦਾ ਤੇ ਸੀਸ ਦੇ ਉੱਤੇ ਕਲਗੀ ਤੋੜਾ ਜਿਗਾ ਸਜਾਏ ਹੋਏ ਬਹੁਤ ਸੋਭਾ ਪਾਉਂਦੇ ਆ। ਬਾਦਸ਼ਾਹਾਂ ਦੇ ਬਾਦਸ਼ਾਹ, ਰਾਜਿਆਂ ਦੇ ਰਾਜੇ, ਮਹਾਰਾਜਿਆਂ ਦੇ ਮਹਾਰਾਜੇ, ਮੇਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਜੀ। ਬਲਿਹਾਰ ਜਾਤ ਸੰਤੋਖ ਸਿੰਘ। ਕਵਿਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ, ਮੈਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਮੇਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਜੀ ਤੋਂ, ਜਿਨ੍ਹਾਂ ਨੇ ਸਤਿਗੁਰ ਬੰਦੀ ਛੋੜ ਹੈ, ਬੰਧਨ ਮੁਕਤ ਕਰਿਆ ਲੀਣਾ। ਉਹ ਜੋ ਬਚਨ ਭਾਈ ਗੁਰਦਾਸ ਜੀ ਨੇ ਕਹੇ ਨੇ ਆਪਣੀ ਬਾਣੀ ਦੇ ਵਿੱਚ, ਗੁਰੂ ਹਰਗੋਬਿੰਦ ਸਾਹਿਬ ਨੇ ਪ੍ਰਤੱਖ ਕਰ ਵਿਖਾਏ ਹਨ।